गुरु जी दी साजी नवाजी गुरु रूप गुरु प्यारी साध संगत जी। वाहिगुरु जी का खालसा वाहिगुरु जी की फतेह। गुरमुख प्यारिओ, जो आपां नूं गुरबाणी गुरु विच सतगुरां ने उपदेश बख्शिश कीता है, सानूं समझाउंदे भी इस लोक दे विच आके जदों जीव आपदी मत द्वारा चल फिर उहदे अंदर हौमे आ जांदी। हौमे दे विच हंकार दे विच फिर वो जदों संसार च चलदा ये माया नूं मोहनी कहंदे, सरपणी जिहड़ी फिर मनमुखां नूं खा जांदी। महाराज सच्चे पातशाह फरमाउंदे, हौमै ममता मोहनी मनमुखां नूं गई खाए। भी ये जिहड़ी मोहनी सी माया मनमुखां नूं खा गई। हुण ये माया जिहड़ी माया मरे किवें? ये सरपणी दा जहर जिहड़ा साडे मर नूं चढ़िआ उतरे किवें? फिर उहदे वास्ते सानूं समझाउंदे भी ये माया दा जिहड़ा मारन है दारू, वो नाम है, जिहड़ा सानूं फिर गुरमुखां दी संगत करके गुरु दी शरण दे विच जाके सानूं ये प्राप्ति हुंदी नाम दी। महाराज फरमाउंदे, नानक माया का मारन हर नाम है, गुरमुख पाया जाई। बई माया का जिहड़ा दारू वो नाम है, जिहड़ी ये सरपणी सानूं जहर चढ़ाउंदी। महाराज कहंदे, माया भयंगम सरप है, जग घेरिया विख माही। भी ये सरपणी इन्हें सारे जगत नूं आपदे जहर चढ़ा दित्ता। हुण मनमुखां नूं तां ये खा जांदी, निगल जांदी।
ਜਿਹੜੇ ਗੁਰਮੁਖਾਂ ਨੇ ਫਿਰ ਨਾਮ ਦੇ ਨਾਲ ਚਿੱਤ ਜੋੜ ਲਿਆ, ਸੱਚ ਨਾਲ ਚਿੱਤ ਜੋੜ ਲਿਆ, ਉਹ ਇਹ ਤੋਂ ਉੱਪਰ ਉੱਠ ਜਾਂਦੇ। ਸਤਿਗੁਰੂ ਇਸ ਲਈ ਫਰਮਾਉਂਦੇ, ਮਾਇਆ ਮਮਤਾ ਮੋਹਣੀ ਜਿਨ ਬੈਨਨ ਦੰਤਾਂ ਜਗ ਖਾਇਆ। ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿੱਤ ਲਾਇਆ। ਜਿਨ੍ਹਾਂ ਨੇ ਤਾਂ ਚਿੱਤ ਜੋੜ ਲਿਆ ਮਾਲਕ ਦੇ ਚਰਨਾਂ ਨਾਲ, ਨਾਮ ਦੇ ਨਾਲ, ਉਹ ਇਹ ਤੋਂ ਬਚ ਜਾਂਦੇ, ਬਾਕੀ ਸਭ ਨੂੰ ਖਾ ਜਾਂਦੀ, ਬਿਨਾਂ ਦੰਦਾਂ ਤੋਂ ਹੀ ਖਾ ਜਾਂਦੀ, ਨਿਗਲ ਜਾਂਦੀ। ਹੁਣ ਸਤਿਗੁਰੂ ਫਿਰ ਇਸ ਲਈ ਸਮਝਾਉਂਦੇ ਵੀ ਇਹ ਮਾਇਆ ਦਾ ਜਿਹੜਾ ਮਾਰਨ ਹੈ ਉਹ ਨਾਮ ਹੈ। ਹੁਣ ਉਹ ਨਾਮ ਸਾਨੂੰ ਕਿੱਥੋਂ ਮਿਲੇ, ਨਾਮ ਕੀ ਹੈ, ਨਾਮ ਦੀ ਸਾਨੂੰ ਕਿਵੇਂ ਪ੍ਰਾਪਤੀ ਹੋਵੇ, ਉਹਦੇ ਵਾਸਤੇ ਫਿਰ ਆਪਾਂ ਗੁਰੂ ਦੀ ਮੱਤ ਲੈਂਦੀ, ਸਤ ਸੰਗਤ ਕਰਦੀ। ਜਦ ਤੱਕ ਜੀਵ ਸਤ ਸੰਗਤ ਨਹੀਂ ਕਰਦਾ, ਉਹਨੂੰ ਤਾਂ ਇਹ ਵੀ ਨਹੀਂ ਪਤਾ ਵੀ ਇਹ ਮਾਇਆ ਸਾਨੂੰ ਕਿਵੇਂ ਖਾਂਦੀ, ਕਿਵੇਂ ਨਿਗਲ ਜਾਂਦੀ। ਉਹਨੂੰ ਤਾਂ ਇਹ ਵੀ ਨਹੀਂ ਪਤਾ ਵੀ ਇਹ ਮਾਇਆ ਨੇ ਕਿਵੇਂ ਮੈਨੂੰ ਜ਼ਹਿਰ ਚੜਾਇਆ। ਹੁਣ ਐਸੀ ਅਵਸਥਾ 'ਚ ਫਿਰ ਆਪਾਂ ਨੂੰ ਸਤਿਗੁਰੂ ਸਮਝਾਉਂਦੇ, ਜਦੋਂ ਅਸੀਂ ਸਤ ਸੰਗਤ ਦੇ ਵਿੱਚ ਆਉਂਦੇ, ਪਹਿਲਾਂ ਜ਼ਹਿਰ ਚੜ੍ਹਿਆ ਹੋਣ ਕਰਕੇ ਹੀ ਤਾਂ ਸਾਨੂੰ ਸਮਝ ਨਹੀਂ ਲੱਗਦੀ ਗੁਰਬਾਣੀ ਗੁਰੂ ਦੀ। ਜਿਵੇਂ ਕੋਈ ਜੀਵ ਨੂੰ ਜ਼ਹਿਰ ਚੜ੍ਹ ਜਾਂਦਾ, ਨਸ਼ਾ ਚੜ੍ਹ ਜਾਂਦਾ, ਉਹਨੂੰ ਸਮਝ ਨਹੀਂ ਲੱਗਦੀ। ਜਦੋਂ ਨਸ਼ਾ ਉਤਰਦਾ, ਜ਼ਹਿਰ ਉਤਰਦਾ, ਫਿਰ ਉਹਨੂੰ ਜੋ ਆਪਾਂ ਕਹਿੰਦੇ, ਫਿਰ ਉਹਨੂੰ ਸਮਝ ਲੱਗਦੀ। ਹੁਣ ਇਸੇ ਤਰ੍ਹਾਂ ਹੀ ਜਦੋਂ ਸਾਡੇ ਮਨ ਦੇ ਉੱਤੇ ਮਾਇਆ ਦਾ ਜ਼ਹਿਰ ਚੜ੍ਹਿਆ ਹੁੰਦਾ, ਸਾਨੂੰ ਜੋ ਗੁਰਬਾਣੀ ਗੁਰੂ ਕਹਿੰਦੇ, ਸਾਨੂੰ ਉਹਦੀ ਸਮਝ ਕੋਈ ਨਹੀਂ ਆਉਂਦੀ, ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਕਹਿੰਦੇ ਨੇ। ਹੁਣ ਜਦੋਂ ਫਿਰ ਆਪਾਂ ਸਤ ਸੰਗਤ ਕਰਦੇ ਹਾਂ, ਸਾਡਾ ਜ਼ਹਿਰ ਲੱਥਣਾ ਸ਼ੁਰੂ ਹੁੰਦਾ, ਸਾਨੂੰ ਹੋਸ਼ ਆਉਂਦੀ, ਅਤੇ ਉਹਦੇ ਸਾਨੂੰ ਸਮਝ ਲੱਗਣੀ ਸ਼ੁਰੂ ਹੁੰਦੀ। ਜਿਵੇਂ ਕੋਈ ਜੀਵ ਜ਼ਹਿਰ ਚੜ੍ਹ ਜਾਵੇ, ਉਹ ਬੇਹੋਸ਼ੀ ਦੀ ਹਾਲਤ 'ਚ ਹੋਵੇ, ਅਤੇ ਉਹਨੂੰ ਜੋ ਮਰਜ਼ੀ ਆਖੀ ਚੱਲ, ਉਹਨੂੰ ਸਮਝ ਨਹੀਂ ਲੱਗਣੀ। ਜਦੋਂ ਉਹਨੂੰ ਹੋਸ਼ ਆਊ, ਫਿਰ ਉਹਨੂੰ ਸਮਝ ਲੱਗ। ਹੌਲੀ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਮਨ ਨੇ ਬੇਹੋਸ਼ੀ ਦੀ ਹਾਲਤ ਦੇ ਵਿੱਚ, ਇਹਨਾਂ ਨੂੰ ਜ਼ਹਿਰ ਚੜ੍ਹਿਆ ਹੋਇਆ, ਮਾਇਆ ਚੜ੍ਹੀ ਹੋਈ, ਅਤੇ ਇਹਨਾਂ ਨੂੰ ਸਮਝ ਨਹੀਂ ਲੱਗਦੀ ਵੀ ਸਤਿਗੁਰੂ ਕੀ ਕਹਿ ਰਹੇ ਨੇ। ਹੁਣ ਤਾਂ ਫਿਰ ਸਾਨੂੰ ਸਮਝਾਉਂਦੇ ਵੀ ਉਹਦੇ ਵਾਸਤੇ ਸਤ ਸੰਗਤ। ਜਦੋਂ ਅਸੀਂ ਸਤ ਸੰਗਤ ਚਾਹਾਂਗੇ, ਸਾਨੂੰ ਹੌਲੀ ਹੌਲੀ ਸਮਝ ਲੱਗਣੀ ਸ਼ੁਰੂ ਹੁੰਦੀ। ਜਿਉਂ ਅਸੀਂ ਸਿਮਰਨ ਕਰਦੇ ਹਾਂ, ਸੰਗਤ ਕਰਦੇ ਹਾਂ, ਸਾਡੇ ਮਨ ਦਾ ਜ਼ਹਿਰ ਲੈਣਾ ਸ਼ੁਰੂ ਹੁੰਦਾ। ਜਿਉਂ ਜ਼ਹਿਰ ਲੱਥੇਗਾ ਅਤੇ ਉਹਦੇ ਸਾਨੂੰ ਹੋਸ਼ ਆਏਗੀ, ਜਿਉਂ ਹੋਸ਼ ਆਏਗੀ ਤਿਉਂ ਸਮਝ ਲੱਗੀ। ਹੁਣ ਮਹਾਰਾਜ ਫਿਰ ਇਸ ਲਈ ਸਮਝਾਉਂਦੇ ਵੀ ਇਹ ਜਿਹੜਾ ਬਿੱਖ ਦਾ ਮਾਰਨ ਹੈ, ਦਾਰੂ, ਉਹ ਨਾਮ ਹੈ। ਵੀ ਜਿਵੇਂ ਮਾਇਆ ਨੂੰ ਸਰਪਣੀ ਕਹਿੰਦੀ, ਅਤੇ ਇੱਕ ਪੰਛੀ ਹੈ ਗਰੜ, ਜਿਹੜਾ ਸੱਪ ਨੂੰ ਖਾ ਜਾਂਦਾ, ਉਹਦੀ ਖੁਰਾਕ ਹੀ ਸੱਪ। ਹੁਣ ਇਸੇ ਤਰ੍ਹਾਂ ਹੀ ਗੁਰੂ ਦਾ ਜਿਹੜਾ ਸ਼ਬਦ, ਉਹਨੂੰ ਗਰੜ ਮੰਤਰ ਦਾ ਨਾਂ ਦਿੱਤਾ। ਵੀ ਜਦੋਂ ਅਸੀਂ ਮੁੱਖ ਦੇ ਵਿੱਚ ਇਹ ਗਰੜ ਮੰਤਰ ਪਾਵਾਂਗੇ, ਜਾਪ ਕਰਾਂਗੇ, ਸਾਡੇ ਮਨ ਨੂੰ ਜਿਹੜਾ ਜ਼ਹਿਰ ਚੜ੍ਹਿਆ ਹੋਇਆ, ਇਹ ਜ਼ਹਿਰ ਲੱਥ ਜੇਗਾ। ਮਾਰੇ ਫਰਮਾਉਂਦੇ, ਬਿੱਖ ਕਾ ਮਾਰਨ ਹਰ ਨਾਮ ਹੈ, ਗੁਰ ਗਰੜ ਸ਼ਬਦ ਮੁੱਖ ਪਾਈ। ਬਈ ਗੁਰੂ ਦਾ ਸ਼ਬਦ ਇਹ ਗਰੜ ਮੰਤਰ ਹੈ, ਇਹਨੂੰ ਮੁੱਖ ਦੁਆਰਾ ਇਹਦਾ ਜਾਪ ਕਰ, ਸਿਮਰਨ ਕਰ। ਹੁਣ ਜਿਉਂ ਅਸੀਂ ਸਿਮਰਨ ਕਰਦੇ ਜਾਵਾਂਗੇ, ਤਿਉਂ ਤੇ ਜ਼ਹਿਰ ਲੱਥਦਾ ਜਾਏਗਾ। ਜਿਉਂ ਜ਼ਹਿਰ ਲੱਥੇਗਾ, ਤਿਉਂ ਤੇ ਹੋਸ਼ ਆਏਗੀ।
ਹੁਣ ਐਸੀ ਅਵਸਥਾ 'ਚ ਫਿਰ ਮਹਾਰਾਜ ਤਾਂ ਸਮਝਾਉਂਦੇ ਵੀ ਮਨਮੁਖਾਂ ਨੂੰ ਵੀ ਇਹ ਜਿਹੜੀ ਮਾਇਆ, ਇਹ ਸਰਪਣੀ, ਇਹ ਜ਼ਹਿਰ ਚੜ੍ਹਿਆ, ਜ਼ਹਿਰ ਚੜ੍ਹਿਆ ਹੋਣ ਕਰਕੇ ਹੀ ਤਾਈਓ ਜਿਹੜੇ ਮਨ ਨੇ ਫਿਰ ਮਹਾਰਾਜ ਕਹਿੰਦੇ ਉਹ ਕਮਲੇ ਹੋਏ ਫਿਰਦੇ। ਨਾਮ ਤੋਂ ਬਿਨਾਂ ਜਿੰਨੇ ਵੀ ਸਾਡੇ ਮਨ ਸੀ ਇਹ ਕਮਲੇ ਹੋ ਗਏ। ਫਰਮਾਉਂਦੇ ਬਿਨ ਨਾਮੇ ਜਗ ਕਮਲਾ ਫਿਰੇ, ਗੁਰਮੁਖ ਨਦਰੀ ਆਇਆ। ਜਦੋਂ ਗੁਰਮੁਖਾਂ ਨੇ ਦਿਵ ਦ੍ਰਿਸ਼ਟੀ ਦੁਆਰਾ ਦੇਖਿਆ, ਫਿਰ ਉਹਨਾਂ ਨੇ ਦੱਸਿਆ ਵੀ ਇਹ ਤਾਂ ਨਾਮ ਤੋਂ ਬਿਨਾਂ ਸਾਰੀ ਮਨ ਕਮਲੇ ਹੋਏ ਫਿਰਦੀ, ਵੀ ਇਹਨਾਂ ਨੂੰ ਜ਼ਹਿਰ ਚੜ੍ਹਿਆ ਹੋਇਆ, ਬਿਖ ਚੜ੍ਹਿਆ ਹੋਇਆ। ਇਹ ਕਮਲਿਆਂ ਨੂੰ ਨਾ ਤਾਂ ਆਪਦੇ ਘਰ ਦਾ ਪਤਾ ਵੀ ਕਮਲਾ ਘਰ ਨਹੀਂ ਜਾਂਦਾ ਉੱਥੇ, ਨਾ ਕਮਲੇ ਨੇ ਚੰਗਾ ਖਾਣਾ, ਨਾ ਉਹਨੇ ਚੰਗਾ ਪਹਿਨਣਾ, ਨਾ ਕਮਲੇ ਨੇ ਚੰਗਾ ਬੋਲਣਾ, ਕਿਉਂਕਿ ਉਹਨੂੰ ਪਤਾ ਹੀ ਨਹੀਂ, ਉਹਨੇ ਆਪ ਮਹਾਰੀ ਬੋਲੀ ਜਾਣਾ, ਉਹਨੂੰ ਪਤਾ ਨਹੀਂ ਵੀ ਕੀ ਬੋਲਣਾ। ਹੁਣ ਉਹੀਓ ਕਮਲੇ ਵਾਲੀ ਹਾਲਤ ਇਹ ਸਾਡੇ ਮਨਾਂ ਦੀ ਹੋ ਗਈ। ਨਾ ਤਾਂ ਕਮਲੇ ਮਨ ਨੂੰ ਆਪਦੇ ਘਰ ਦਾ ਪਤਾ, ਨਿੱਜ ਮਹਿਲ ਦਾ, ਕਮਲਾ ਘਰ ਨਹੀਂ ਜਾਂਦਾ ਉੱਥੇ। ਨਾ ਕਮਲੇ ਨੂੰ ਆਪਦੀ ਖੁਰਾਕ ਦਾ ਪਤਾ ਵੀ ਮੇਰੀ ਜਿਹੜੀ ਖੁਰਾਕ ਅੰਮ੍ਰਿਤ ਉਹ ਕਿੱਥੇ ਹੈ ਅਤੇ ਮੈਂ ਕਿਵੇਂ ਉਹ ਖੁਰਾਕ ਲੈਣੀ। ਕਮਲਾ ਖੁਰਾਕ ਨਹੀਂ ਲੈਂਦਾ। ਨਾ ਕਮਲਾ ਨਹਾਉਂਦਾ ਧੋਂਦਾ, ਕਮਲੇ ਨੇ ਸਿਮਰ ਨਹੀਂ ਕਰਨਾ, ਕਮਲੇ ਨੇ ਸਤ ਸੰਗਤ ਨਹੀਂ ਕਰਨੀ, ਉਹਨੇ ਇਸ਼ਨਾਨ ਨਹੀਂ ਕਰਨਾ। ਨਾ ਕਮਲੇ ਨੇ ਚੰਗਾ ਪਹਿਨਣਾ, ਕਿਉਂਕਿ ਸਾਡੇ ਮਨ ਵਾਸਤੇ ਸਿਵ ਸਲਾਹ ਦਾ ਕੱਪੜਾ, ਪਰਮਾਤਮਾ ਦੀ ਵਡਿਆਈ, ਜਿਹੜਾ ਅਸੀਂ ਕੱਪੜਾ ਪਾਉਣਾ ਹੁੰਦਾ, ਕਮਲਾ ਉਹ ਕੱਪੜਾ ਨਹੀਂ ਪਾਉਂਦਾ। ਔਰ ਇਸ ਤਰ੍ਹਾਂ ਫਿਰ ਕਹਿੰਦੇ ਵੀ ਜਿਵੇਂ ਕਮਲਾ ਜਿੱਧਰ ਨੂੰ ਮੂੰਹ ਹੁੰਦਾ ਉੱਧਰ ਨੂੰ ਹੀ ਤੁਰ ਜਾਂਦਾ, ਉਹੀਓ ਹਾਲਤ ਹੈ ਸਾਡੇ ਮਨ ਦੀ। ਕਮਲਾ ਮਨ ਇੱਕ ਥਾਂ 'ਤੇ ਟਿਕ ਕੇ ਬਹਿੰਦਾ ਨਹੀਂ, ਭੱਜਿਆ ਹੀ ਫਿਰਦਾ ਵਿਚਾਰਾਂ ਦੇ ਵਿੱਚ, ਫੁਰਨਿਆਂ ਦੇ ਵਿੱਚ, ਦਸਾਂ ਦਿਸ਼ਾਵਾਂ ਵੱਲ ਭੱਜਦਾ। ਕਦੇ ਉੱਪਰ ਜਾਂਦਾ ਆਕਾਸ਼ ਲੋਕ ਨੂੰ, ਕਦੇ ਥੱਲੇ ਪਤਾਲ ਲੋਕ ਨੂੰ ਚਲਾ ਜਾਂਦਾ, ਭੱਜਿਆ ਹੀ ਫਿਰਦਾ। ਮਹਾਰਾਜ ਕਹਿੰਦੇ ਕਬੂ ਜੀੜਾ ਉਗ ਚੜ੍ਹਤ ਹੈ, ਕਬੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹੇ, ਚਾਰੇ ਕੁੰਡਾਂ ਭਾਲੇ। ਬਈ ਇਹ ਥਿਰ ਨਹੀਂ ਰਹਿੰਦਾ, ਇੱਕ ਥਾਂ 'ਤੇ ਰੁਕਦਾ ਨਹੀਂ, ਚਾਰਾਂ ਦਿਸ਼ਾਵਾਂ ਵੱਲ ਉੱਪਰ ਥੱਲੇ ਭੱਜਿਆ ਹੀ ਫਿਰਦਾ। ਔਰ ਉਦੋਂ ਫਿਰ ਕਹਿੰਦੇ ਵੀ ਇਹ ਕਮਲਾ ਹੋਇਆ ਨਾਮ ਤੋਂ ਬਿਨਾਂ, ਵੀ ਇਹਨੂੰ ਜ਼ਹਿਰ ਚੜ੍ਹੀ ਹੋਈ ਅਤੇ ਇੱਕ ਥਾਂ 'ਤੇ ਰੁਕਦਾ ਨਹੀਂ। ਵੀ ਲੋਭੀ ਜਿਹੜਾ ਮਨ ਹੋ ਗਿਆ ਉਹ ਥਿਰ ਨਹੀਂ ਰਹਿੰਦਾ, ਉਹ ਖੜ੍ਹਦਾ ਨਹੀਂ ਇੱਕ ਥਾਂ 'ਤੇ। ਫਿਰ ਉਹਦੇ ਵਾਸਤੇ ਉਦਾਹਰਨ ਦਿੱਤੀ ਵੀ ਜਿਵੇਂ ਇੱਕ ਕੂਕਰ ਹੁੰਦਾ, ਕੁੱਤਾ, ਉਹਨੂੰ ਹਲਕ ਚੜ੍ਹ ਜਾਂਦਾ, ਉਹਦੇ ਅੰਦਰ ਲਹਿਰ ਚੱਲਦੀ, ਜਦੋਂ ਹਲਕ ਜਾਂਦਾ, ਫਿਰ ਜਦੋਂ ਹਲਕ ਜਾਂਦਾ ਉਹ ਫਿਰ ਖੜ੍ਹਦਾ ਨਹੀਂ ਇੱਕ ਥਾਂ 'ਤੇ, ਉਹ ਭੱਜਿਆ ਹੀ ਜਾਂਦਾ। ਅਤੇ ਜਿਹੜਾ ਉਹਦੇ ਸਾਹਮਣੇ ਆਉਂਦਾ ਉਹਨੂੰ ਆਪਣੇ ਪਰਾਏ ਦੀ ਵੀ ਨਹੀਂ ਪਹਿਚਾਣ ਰਹਿੰਦੀ, ਜਿਹੜਾ ਉਹਦੇ ਸਾਹਮਣੇ ਆਉਂਦਾ ਉਹਨੂੰ ਹੀ ਵੱਢ ਲੈਂਦਾ। ਹੁਣ ਉਹੀਓ ਹਾਲਤ ਇਹ ਜਿਹੜਾ ਲੋਭੀ ਮਨ ਹੋ ਗਿਆ ਉਹਦੀ ਹੋ ਜਾਂਦੀ, ਲੋਭੀ ਜੀਵ ਸੀ। ਜਿਹੜਾ ਵੀ ਉਹਦੇ ਸਾਹਮਣੇ ਆਉਂਦਾ ਉਹ ਨਹੀਂ ਵੱਢਣਾ ਚਾਹੁੰਦਾ, ਉਹਦੇ ਹੱਕ ਮਾਰਨਾ ਚਾਹੁੰਦਾ। ਮਹਾਰਾਜ ਫਰਮਾਉਂਦੇ ਜਿਉਂ ਕੂਕਰ ਹਲਕਾਇਆ ਧਾਵੇ, ਦੇ ਦਿਸ ਜਾਏ, ਲੋਭੀ ਜੰਤ ਨ ਜਾਣਨੀ, ਭਖ ਅਭਖ ਸਭ ਖਾਏ। ਜਿਹੜੇ ਮਨਾਂ ਨੂੰ ਇਹ ਲੋਭ ਚੁੰਬੜ ਗਿਆ, ਜਿਹੜੇ ਲੋਭੀ ਹੋ ਗਏ, ਉਹਨਾਂ ਨੂੰ ਫਿਰ ਪਰਮਾਤਮਾ ਚੇਤੇ ਨਹੀਂ ਆਉਂਦਾ। ਮਹਾਰਾਜ ਕਹਿੰਦੇ ਲੋਭ ਸਵਾਨ ਜਿਨ੍ਹਾਂ ਮਨ ਲੱਗਾ, ਹਰ ਵਿਸਰਿਆ ਪੁਰਖ ਚੰਗੇਰਾ। ਉਹਨਾਂ ਨੂੰ ਤਾਂ ਮਾਲਕ ਭੁੱਲ ਹੀ ਗਏ। ਔਰ ਉਹ ਜਿਹੜਾ ਲੋਭੀ ਜੀਵ ਫਿਰ ਉਹ ਹਲਕੇ ਕੁੱਤੇ ਵਰਗਾ, ਬਈ ਉਹ ਇੱਕ ਥਾਂ 'ਤੇ ਰੁਕੇਗਾ ਨਹੀਂ, ਭੱਜੇ ਹੀ ਫਿਰਨਾ ਉਹਨੂੰ, ਅਤੇ ਉਹਨੂੰ ਆਪਣੇ ਪਰਾਏ ਦੀ ਵੀ ਨਹੀਂ ਪਛਾਣ ਰਹਿੰਦੀ, ਫਿਰ ਉਹ ਹਰ ਇੱਕ ਦਾ ਹੱਕ ਮਾਰਨਾ ਚਾਹੁੰਦਾ।
ਹੁਣ ਉਹ ਹਾਲਤ ਫਿਰ ਸਤਿਗੁਰੂ ਕਹਿੰਦੇ ਵੀ ਇਹ ਮਨ ਦੀ ਹੋ ਗਈ। ਵੀ ਇਹ ਜਦੋਂ ਲੋਭੀ ਹੋ ਜਾਂਦਾ ਫਿਰ ਇੱਕ ਥਾਂ 'ਤੇ ਥਿਰ ਨਹੀਂ ਰਹਿੰਦਾ, ਭੱਜਿਆ ਹੀ ਫਿਰਦਾ। ਹੁਣ ਉਦੋਂ ਕਹਿੰਦੇ ਵੀ ਕਮਲਾ ਹੋ ਗਈ, ਵੀ ਮਨ ਸੀ ਜਿਹੜਾ ਇਹ ਕਮਲਾ ਹੋ ਗਿਆ, ਕਮਲਾ ਹੋ ਕੇ ਭੱਜਿਆ ਹੀ ਫਿਰਦਾ। ਤੇ ਹੁਣ ਕਮਲੇ ਨੂੰ ਸਮਝਾਉਣਾ ਬੜਾ ਔਖਾ, ਕਿ ਕਮਲਾ ਸਮਝਦਾ ਵੀ ਨਹੀਂ। ਕਮਲੇ ਨੂੰ ਭਰਮ ਇਹ ਪੈ ਜਾਂਦਾ ਵੀ ਮੈਂ ਸਿਆਣਾ ਬਹੁਤ। ਹੁਣ ਜਿਹਨੂੰ ਇਹ ਭਰਮ ਪੈ ਗਿਆ ਵੀ ਮੈਂ ਸਿਆਣਾ, ਤੇ ਉਹ ਦੂਸਰੇ ਦੀ ਸੁਣਦਾ ਹੀ ਨਹੀਂ, ਵੀ ਮੇਰੇ ਨਾਲੋਂ ਕਿਹੜਾ ਵੱਧ ਸਿਆਣਾ, ਮੈਨੂੰ ਤਾਂ ਸਾਰਾ ਕੁਛ ਹੀ ਪਤਾ ਹੈ। ਫਿਰ ਉਦੋਂ ਮਹਾਰਾਜ ਕਹਿੰਦੇ ਵੀ ਨਾਮ ਤੋਂ ਬਿਨਾਂ ਵੀ ਇਹ ਮਨ ਸੀ ਜਿਹੜੇ ਇਹ ਸਾਰੀ ਕਮਲੀ ਹੋ ਗਈ। ਹੁਣ ਵੇਦਾਂ ਦੇ ਵਿੱਚ, ਸ਼ਾਸਤਰਾਂ ਦੇ ਵਿੱਚ ਵੀ ਨਾਮ ਦੀ ਗੱਲ ਕੀਤੀ ਗਈ ਸੀ, ਪਰ ਮਹਾਰਾਜ ਕਹਿੰਦੇ ਵੀ ਨਾਮ ਨੂੰ ਨਾ ਬੁੱਝਣ ਕਰਕੇ, ਨਾ ਨਾਮ ਨੂੰ ਸੁਣਨ ਕਰਕੇ ਜਿਹੜਾ ਮਨ ਸੀ ਇਹ ਬੇਤਾਲਾ ਹੀ ਰਹਿੰਦਾ, ਵੀ ਇੱਕ ਥਾਂ 'ਤੇ ਰੁਕਦਾ ਨਹੀਂ। ਸਤਿਗੁਰੂ ਫਰਮਾਉਂਦੇ ਵੇਦਾਂ ਮੈਂ ਨਾਮ ਉਤਮ, ਸੋ ਸੁਣੇ ਨਾਹੀਂ ਫਿਰੇ ਜਿਉਂ ਬੇਤਾਲੇ ਆ। ਬਈ ਵੇਦਾਂ ਦੇ ਵਿੱਚ, ਸ਼ਾਸਤਰਾਂ ਦੇ ਵਿੱਚ ਸਭ ਤੋਂ ਜੋ ਉੱਤਮ ਦੱਸੇ ਪਰਮਾਤਮਾ ਦਾ ਨਾਮ। ਜੇ ਅਸੀਂ ਨਾਮ ਨੂੰ ਨਹੀਂ ਬੁੱਝਦੇ, ਨਾਮ ਨੂੰ ਨਹੀਂ ਅਸੀਂ ਮੰਨਦੇ, ਨਾਮ ਨੂੰ ਨਹੀਂ ਬੁੱਝਦੇ, ਹੁਕਮ ਦੇ ਵਿੱਚ ਨਹੀਂ ਆਉਂਦੇ ਅਸੀਂ, ਫਿਰ ਮਹਾਰਾਜ ਕਹਿੰਦੇ ਵੀ ਨਾਮ ਤੋਂ ਬਿਨਾਂ ਤਾਂ ਸਾਰਾ ਕੁਛ ਹੀ ਕੂਟ ਹੈ। ਸਿਮਰਤ ਸਾਸਤ ਵੇਦ ਪਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਸ਼ੀਆਂ। ਵੀ ਨਾਮ ਤੋਂ ਬਿਨਾਂ ਤਾਂ ਸਾਰਾ ਕੁਛ ਹੀ ਕੂੜ ਹੈ। ਜੇ ਤੁਸੀਂ ਨਾਮ ਨਾਲ ਨਹੀਂ ਜੁੜੇ ਫਿਰ ਤੁਸੀਂ ਕੂੜ ਨਾਲ ਜੁੜੇ। ਨਾਮ ਤੋਂ ਬਿਨਾਂ ਇਹ ਜਿੰਨਾ ਵੀ ਪਸਾਰਾ ਮਾਇਆ ਦਾ, ਇਹ ਸਭ ਝੂਠ ਦਾ ਪਸਾਰਾ। ਹਰ ਕੇ ਨਾਮ ਬਿਨਾ ਝੂਠੇ ਸਗਲ ਪਸਾਰੀ। ਬਈ ਜਿੰਨਾ ਵੀ ਪਸਾਰਾ ਨਾਮ ਤੋਂ ਬਿਨਾਂ ਇਹ ਝੂਠ ਦਾ। ਹੁਣ ਇਹ ਝੂਠ ਨੇ ਸਾਡੇ ਨਾਲ ਨਹੀਂ ਜਾਣਾ, ਇਹ ਝੂਠ ਨੇ ਤੋੜ ਨਹੀਂ ਨਿਭਣਾ। ਆਈਆਂ ਬਾਰੇ ਕਹਿੰਦੇ ਵੀ ਇਹ ਜਗਤ ਦਾ ਪ੍ਰੇਮ, ਇਹ ਜਗਤ ਦੀ ਪ੍ਰੀਤ ਇਹ ਝੂਠੀ ਹੈ। ਇਸ ਕੋਈ ਵੀ ਜੀਵ ਸਾਡੇ ਅੱਗੇ ਨਾਲ ਨਹੀਂ ਜਾਂਦਾ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁੱਖ ਸਿਉ ਹੀ ਸਭ ਲਾਗਿਓ, ਕਿਆ ਦਾਰਾ ਕਿਆ ਮੀਤ। ਵੀ ਇੱਥੇ ਜੀਵ ਆਪੋ ਆਪਣੇ ਸੁੱਖਾਂ ਕਰਕੇ ਇੱਕ ਦੂਸਰੇ ਨਾਲ ਬੱਝੇ ਹੋਏ ਨੇ। ਬੱਝੇ ਹੋਣ ਕਰਕੇ ਮਹਾਰਾਜ ਕਹਿੰਦੇ ਵੀ ਕੋਈ ਇੱਥੋਂ ਨਾਲ ਥਿਰ ਨਹੀਂ ਜਾਂਦਾ, ਨਹੀਂ ਨਾਲ ਸਹਾਈ ਨਹੀਂ ਹੁੰਦਾ ਮਨ ਦੇ। ਇਸ ਵਾਸਤੇ ਫਿਰ ਆਪਾਂ ਨੂੰ ਦੱਸਦੇ ਵੀ ਇਹ ਜਗਤ ਦਾ ਜਿਹੜਾ ਪਿਆਰ, ਜਗਤ ਦੀ ਪ੍ਰੀਤ, ਸਤਿਗੁਰੂ ਕਹਿੰਦੇ ਵੀ ਇਹ ਝੂਠੀ। ਹੁਣ ਆਪਾਂ ਨੂੰ ਫਿਰ ਇਸ ਕਰਕੇ ਦੱਸਿਆ ਵੀ ਜੇ ਤੁਸੀਂ ਨਾਮ ਦੇ ਨਾਲ ਨਹੀਂ ਜੁੜੇ, ਸੱਚ ਦੇ ਨਾਲ ਨਹੀਂ ਜੁੜੇ, ਫਿਰ ਮਹਾਰਾਜ ਕਹਿੰਦੇ ਵੀ ਕਿਹਦੇ ਨਾਲ ਜੁੜੇ? ਝੂਠ ਦੇ ਨਾਲ। ਇਹ ਝੂਠ ਨੇ ਸਾਡੇ ਨਾਲ ਨਹੀਂ ਜਾਣਾ। ਤਾਈਓ ਫਿਰ ਕਹਿੰਦੇ ਵੀ ਜਗਤ ਦੀ ਪ੍ਰੀਤ ਜਿਹੜੀ ਇਹ ਮਾਇਆ ਦੀ, ਇਹ ਝੂਠੀ। ਹੁਣ ਉਹਦੇ ਵਾਸਤੇ ਫਿਰ ਆਪਾਂ ਨੂੰ ਦੱਸਦੇ ਵੀ ਤੁਸੀਂ ਇਹ ਝੂਠ ਨੂੰ ਛੱਡ ਕੇ ਤੁਸੀਂ ਸੱਚ ਨਾਲ ਜੁੜੋ, ਤੁਸੀਂ ਨਾਮ ਦੇ ਨਾਲ ਜੁੜੋ। ਹੁਣ ਉਹ ਨਾਮ ਅਤੇ ਸੱਚ, ਉਹਦੇ ਵਾਸਤੇ ਫਿਰ ਇਹ ਆਪਾਂ ਗੁਰੂ ਦੀ ਮੱਤ ਲੈਂਦੇ, ਸਤ ਸੰਗਤ ਕਰਦੇ ਵੀ ਤਾਂ ਕਿ ਸਾਨੂੰ ਨਾਮ ਦਾ ਭੇਤ ਆ ਜੇ, ਆਪਾਂ ਨੂੰ ਸੱਚ ਦਾ ਭੇਤ ਆ ਜੇ। ਉਹਦੇ ਵਾਸਤੇ ਫਿਰ ਇਹ ਸਤ ਸੰਗਤ ਸਤਿਗੁਰ ਦਾ ਸਕੂਲ ਹੈ। ਜਦੋਂ ਹੁਣ ਆਪਾਂ ਸਤਿਗੁਰਾਂ ਦੇ ਸਕੂਲ ਵਿੱਚ ਆਵਾਂਗੇ, ਇੱਥੇ ਸੱਚ ਅਤੇ ਨਾਮ ਦੀ ਵਿਚਾਰ ਹੋਣੀ। ਇੱਥੇ ਸਾਨੂੰ ਭੇਤ ਆਉਣਾ ਵੀ ਸੱਚ ਕੀ ਹੈ ਅਤੇ ਨਾਮ ਕੀ ਹੈ।
ਸੱਚ ਕਹਿੰਦੇ ਨੇ ਪਰਮਾਤਮਾ ਨੂੰ, ਵਾਹਿਗੁਰੂ ਨੂੰ, ਜਿਹੜਾ ਸਦਾ ਰਹਿਣ ਵਾਲਾ ਹੈ, ਜੋ ਪਹਿਲਾਂ ਵੀ ਸੀ, ਮੁੱਢ ਤੋਂ ਹੁਣ ਵੀ ਹੈ, ਅਤੇ ਜਿਹੜਾ ਅੱਗੇ ਵੀ ਸਦਾ ਹੀ ਰਹੇਗਾ। ਜੋ ਸਾਨੂੰ ਰੋਜ਼ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ, ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਵੀ ਸੱਚ ਪਰਮਾਤਮਾ ਨਿਰੰਕਾਰ ਵਾਹਿਗੁਰੂ ਨੂੰ ਸੱਚ ਆਖੀ। ਨਾਮ ਜੋ ਹੈ ਉਹਨਾਂ ਦੇ ਮੁਖ ਦੀ ਆਵਾਜ਼, ਜੀ ਤੋਂ ਇਹ ਸਾਰਾ ਪਸਾਰਾ ਹੋਇਆ, ਸ੍ਰਿਸ਼ਟੀ ਦੀ ਰਚਨਾ ਹੋਈ ਹੈ। ਕੀਤਾ ਪਸਾਓ ਇੱਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਵੀ ਜੋ ਮਾਲਕ ਦੇ ਮੁਖ ਦੀ ਆਵਾਜ਼ ਹੈ ਉਹਨੂੰ ਨਾਮ ਆਖੀ। ਪਰਮਾਤਮਾ ਨੂੰ ਸਤ ਕਹਿੰਦੇ ਨੇ ਅਤੇ ਉਹਨਾਂ ਦੇ ਮੁਖ ਦੀ ਆਵਾਜ਼ ਨੂੰ ਨਾਮ ਕਹਿੰਦੇ, ਅਤੇ ਆਪਾਂ ਇਕੱਠਾ ਬੋਲ ਦਿੰਦੇ ਹਾਂ ਸਤਨਾਮ। ਪਰਮਾਤਮਾ ਨੂੰ ਹਰ ਕਹਿ ਦਿੱਤਾ ਹੈ ਅਤੇ ਉਹਨਾਂ ਦੇ ਮੁਖ ਦੀ ਆਵਾਜ਼ ਨੂੰ ਨਾਮ ਕਹਿ ਦਿੱਤਾ, ਅਤੇ ਆਪਾਂ ਇਕੱਠਾ ਬੋਲਦੇ ਹਰ ਨਾਮ। ਪਰਮਾਤਮਾ ਨੂੰ ਮੂਲ ਕਹਿ ਦਿੱਤਾ ਹੈ ਅਤੇ ਉਹਨਾਂ ਦੇ ਮੁਖ ਦੀ ਜਿਹੜੀ ਆਵਾਜ਼ ਹੈ ਉਹਨੂੰ ਮੰਤਰ ਕਹਿ ਦਿੱਤਾ, ਅਤੇ ਆਪਾਂ ਇਕੱਠਾ ਬੋਲਦੇ ਮੂਲ ਮੰਤਰ। ਫਿਰ ਆਪਾਂ ਨੂੰ ਇਸ ਲਈ ਸਮਝਾਉਂਦੇ ਵੀ ਤੁਸੀਂ ਸਤਨਾਮ ਦੇ ਨਾਲ ਜੁੜੋ, ਤੁਸੀਂ ਹਰ ਨਾਮ ਦੇ ਨਾਲ ਜੁੜੋ, ਤੁਸੀਂ ਮੂਲ ਮੰਤਰ ਦੇ ਨਾਲ ਜੁੜੋ। ਵੀ ਇਹਦਾ ਮਕਸਦ ਕੀ, ਵੀ ਤੁਸੀਂ ਸੱਚ ਤੇ ਨਾਮ ਦੇ ਨਾਲ ਜੁੜੋ, ਪਰਮਾਤਮਾ ਦੇ ਨਾਲ ਜੁੜੋ, ਉਹਦੇ ਚਰਨਾਂ ਦੇ ਨਾਲ ਜੁੜੋ। ਹੁਣ ਪਰਮਾਤਮਾ ਦੇ ਜੋ ਚਰਨ ਨੇ ਉਹ ਹੈ ਨਾਮ। ਮਹਾਰਾਜ ਕਹਿੰਦੇ ਚਿੱਤ ਚਰਨ ਨਾਮ। ਵੀ ਪਰਮਾਤਮਾ ਦੇ ਜਿਹੜੇ ਚਰਨ ਉਹ ਨਾਮ ਨੂੰ ਹੀ ਚਰਨ ਆਖੀ। ਹੁਣ ਜੇ ਅਸੀਂ ਸੱਚ ਤੇ ਨਾਮ ਦੇ ਨਾਲ ਜੁੜ ਜਾਵਾਂਗੇ ਅਤੇ ਅਸੀਂ ਸਦਾ ਲਈ ਥਿਰ ਹੋ ਜਾਵਾਂਗੇ, ਸਦਾ ਵਾਸਤੇ ਅਸੀਂ ਜੀਵਨ ਮੁਕਤ ਹੋ ਜਾਵਾਂਗੇ। ਜੇ ਹੁਣ ਅਸੀਂ ਸੱਚ ਤੇ ਨਾਮ ਦੇ ਨਾਲ ਨਹੀਂ ਜੁੜਦੇ, ਫਿਰ ਆਪਾਂ ਹੀ ਆਵਾਗੁਣ ਦੇ ਚੱਕਰ ਦੇ ਵਿੱਚ ਪਏ ਰਹਾਂਗੇ, ਕਿਉਂਕਿ ਫਿਰ ਅਸੀਂ ਮਾਇਆ ਦੇ ਨਾਲ ਜੁੜੇ ਰਹਾਂਗੇ। ਸਿਰਫ ਇੱਕ ਸੱਚ ਤੇ ਨਾਮ ਹੀ ਇਕੱਲਾ ਥਿਰ ਹੈ, ਬਾਕੀ ਸਾਰਾ ਕੁਛ ਹੀ ਚੱਕਰ 'ਤੇ ਚੱਲਿਆ ਹੋਇਆ। ਜਿਵੇਂ ਹੁਣ ਇਹ ਜਿਹੜਾ ਆਪਣਾ ਸਰੀਰ, ਪੰਜ ਤੱਤ, ਇਹ ਵੀ ਚੱਕਰ 'ਤੇ ਚੱਲਦੇ ਨੇ, ਅਤੇ ਆਪਣੇ ਅੰਦਰ ਇਕੱਲਾ ਨਾਮ ਸਥਿਰ। ਜੇ ਤਾਂ ਅਸੀਂ ਨਾਮ ਦੇ ਨਾਲ ਜੁੜ ਜਾਵਾਂਗੇ ਅਤੇ ਅਸੀਂ ਥਿਰ ਹੋ ਜਾਵਾਂਗੇ, ਨਹੀਂ ਤਾਂ ਅਸੀਂ ਵੀ ਚੱਕਰ 'ਤੇ ਹੀ ਰਹਾਂਗੇ, ਵਾਰ-ਵਾਰ ਅਸੀਂ ਆਉਂਦੇ ਜਾਂਦੇ ਰਹਾਂਗੇ। ਹੁਣ ਐਸੀ ਅਵਸਥਾ ਦੇ ਵਿੱਚ ਮਹਾਰਾਜ ਆਪਾਂ ਨੂੰ ਸਮਝਾਉਂਦੇ ਵੀ ਜਿਵੇਂ ਇੱਕ ਚੱਕੀ ਹੁੰਦੀ, ਜਿਹਦੇ ਨਾਲ ਬੀਬੀਆਂ ਆਟਾ ਪੀਂਹਦੀਆਂ ਸੀ। ਹੁਣ ਉਹ ਚੱਕੀ ਦੇ ਸੈਂਟਰ ਦੇ ਵਿੱਚ ਇੱਕ ਕੀਲੀ ਹੁੰਦੀ ਵਿਚਾਲੇ, ਜਿਹੜੇ ਦਾਣੇ ਉਹ ਕੀਲੀ ਦੇ ਨਾਲ ਲੱਗ ਜਾਂਦੇ ਉਹ ਬਚ ਜਾਂਦੇ, ਬਾਕੀ ਸਾਰੇ ਪੀਸੇ ਜਾਂਦੇ। ਔਰ ਇਸੇ ਤਰ੍ਹਾਂ ਹੀ ਸਾਡੇ ਅੰਦਰ ਜਿਹੜਾ ਨਾਮ ਹੈ ਉਹ ਕੀਲੀ ਰੂਪ। ਜੇ ਤਾਂ ਅਸੀਂ ਉਹ ਨਾਮ ਦੇ ਨਾਲ ਜੁੜ ਜਾਵਾਂਗੇ ਤਾਂ ਅਸੀਂ ਬਚ ਜਾਵਾਂਗੇ, ਨਹੀਂ ਤਾਂ ਅਸੀਂ ਪੀਸੇ ਜਾਵਾਂਗੇ। ਫਿਰ ਅਸੀਂ ਵਾਰ-ਵਾਰ ਪੀਸੇ ਜਾਂਦੇ ਹਾਂ, ਵਾਰ-ਵਾਰ ਅਸੀਂ ਆਕਾਰਾਂ ਦੇ ਵਿੱਚ, ਵਾਰ-ਵਾਰ ਅਸੀਂ ਜੂਨਾਂ ਦੇ ਵਿੱਚ ਆਉਂਦੇ ਜਾਂਦੇ ਹਾਂ, ਮੁੜ-ਮੁੜ ਕੇ। ਮਹਾਰਾਜ ਫਿਰ ਇਸ ਲਈ ਆਪਾਂ ਨੂੰ ਸਮਝਾਉਂਦੇ ਵੀ ਹੁਣ ਤੁਸੀਂ ਨਾਮ ਦੇ ਨਾਲ ਜੁੜ ਜਾਓ, ਤਾਂ ਕਿ ਸਾਡਾ ਜਿਹੜਾ ਇਹ ਚੱਕਰ ਹੈ ਆਵਾਗਾਉਣ ਦਾ, ਇਹ ਸਦਾ ਵਾਸਤੇ ਖਤਮ ਹੋ ਜਾਏ। ਹੁਣ ਉਹਦੇ ਲਈ ਜਿਹੜਾ ਸਾਡੇ ਅੰਦਰ ਨਾਮ ਸਥਿਰ ਹੈ, ਜਿਹੜਾ ਕੀਲੀ ਰੂਪ ਹੈ, ਉਹਦੇ ਨਾਲ ਜੁੜਨ ਵਾਸਤੇ ਸਾਨੂੰ ਅੰਤਰਮੁਖੀ ਹੋਣਾ ਪੈਣਾ। ਸਾਨੂੰ ਉਹ ਖੋਜ ਕਰਨੀ ਪੈਣੀ ਵੀ ਸਾਡੇ ਅੰਦਰ ਉਹ ਨਾਮ ਹੈ ਕਿੱਥੇ ਹੈ, ਵੀ ਜਿਹਦੇ ਨਾਲ ਜੁੜ ਕੇ ਅਸੀਂ ਬਚ ਸਕਦੇ। ਉਹਦੇ ਲਈ ਫਿਰ ਆਪਾਂ ਨੂੰ ਕਹਿੰਦੇ ਵੀ ਤੁਸੀਂ ਅੰਤਰਮੁਖੀ ਹੋਵੋ, ਤੁਹਾਡੇ ਅੰਦਰ ਹੀ ਨਾਮ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ। ਵੀ ਸਾਡੀ ਦੇਹ ਦੇ ਵਿੱਚ, ਹੁਣ ਸਾਡੀ ਦੇਹ ਦੇ ਅੰਦਰ ਉਹ ਕਿੱਥੇ ਨਾਮ ਹੈ, ਉਹਦੇ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਤੁਸੀਂ ਸਿਮਰਨ ਕਰੋ। ਵੀ ਸਿਮਰਨ ਕਰਕੇ ਤੁਸੀਂ ਇਹ ਖੋਜ ਕਰੋ, ਤੁਸੀਂ ਖੋਜੋ
ਜਿਹੜੇ ਫਿਰ ਗੁਰਮੁਖ ਸਿਮਰਨ ਕਰਦੇ, ਇਹ ਖੋਜ ਕਰਦੇ, ਉਹਨਾਂ ਨੂੰ ਕਹਿੰਦੇ ਵਡਭਾਗੀ ਨੇ, ਵੱਡੇ ਭਾਗਾਂ ਵਾਲੇ। ਰਾਮ ਰਾਮ ਬੋਲ ਬੋਲ ਖੋਜ ਤੇ ਵਡਭਾਗੀ, ਹਰ ਕਾ ਪੰਥ ਕਹੂ ਬਤਾਵੇ ਹੋਂ ਤਾਕੇ ਪਾਏ ਲਾਗੀ। ਮਹਾਰਾਜ ਕਹਿੰਦੇ ਵੀ ਜਿਹੜੇ ਗੁਰਮੁਖ ਫਿਰ ਇਹ ਅਭਿਆਸ ਕਰਦੇ ਵੀ ਉਹ ਵਡਭਾਗੀ ਨੇ, ਉਹਨਾਂ ਨੇ ਫਿਰ ਅੰਦਰੋਂ ਇਹ ਖੋਜ ਵੀ ਕਰ ਲੈਣੀ, ਉਹਨਾਂ ਨੇ ਨਾਮ ਨੂੰ ਖੋਜ ਲੈਣਾ, ਕਿਉਂਕਿ ਉਹ ਖੋਜੀ ਬਣ ਕੇ। ਜਦੋਂ ਅਸੀਂ ਖੋਜੀ ਬਣ ਕੇ ਲੱਭਾਂਗੇ ਤੇ ਅਸੀਂ ਖੋਜ ਹੀ ਲਵਾਂਗੇ ਫਿਰ। ਹੁਣ ਤਾਈਓ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜਾ ਵੀ ਇਹ ਖੋਜ ਕਰਦਾ ਹੈ ਨਾਮ ਦੀ, ਫਿਰ ਉਹਨੂੰ ਭਵ ਸਾਗਰ ਤੋਂ ਤਰਨ ਲੱਗਿਆ ਸਮਾਂ ਨਹੀਂ ਲੱਗਦਾ, ਉਹ ਫਿਰ ਇਹ ਭਵ ਸਾਗਰ ਤੋਂ ਪਾਰ ਲੰਘ ਜਾਂਦਾ। ਜਿਹੜੇ ਗੁਰਮੁਖਾਂ ਨੇ ਫਿਰ ਇਹ ਖੋਜ ਕੀਤੀ, ਫਿਰ ਉਹ ਖੋਜ ਕਰਕੇ ਇਹਦੇ 'ਤੇ ਵਿਚਾਰ ਕਰਦੇ। ਮਹਾਰਾਜ ਫਰਮਾਉਂਦੇ ਖਾਖਾ ਖੋਜ ਪਰੇ ਜੇ ਕੋਈ, ਜੋ ਖੋਜੇ ਸੋ ਬੌਰ ਨਾ ਹੋਈ। ਖੋਜਤ ਬੂਝਤ ਕਰਤ ਵਿਚਾਰਾ, ਤੋ ਭਵ ਜਲ ਤਰਤ ਨ ਲਾਵੇ ਬਾਰਾ। ਬਈ ਜਿਨ੍ਹਾਂ ਨੇ ਇਹ ਖੋਜ ਕੀਤੀ ਤੇ ਖੋਜ ਕਰਕੇ ਵਿਚਾਰ ਕੀਤੀ, ਉਹਨਾਂ ਨੂੰ ਦੇਰੀ ਨਹੀਂ ਲੱਗਦੀ ਭਵ ਜਲ ਨੂੰ ਪਾਰ ਹੋਣ ਲੱਗੀ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਤੁਸੀਂ ਵੀ ਖੋਜੋ, ਖੋਜ ਕਰੋ ਅੰਦਰੋਂ ਨਾਮ ਦੀ, ਆਪਣੇ ਘਰ ਦੀ। ਜੇ ਹੁਣ ਅਸੀਂ ਇਹ ਖੋਜ ਕਰਾਂਗੇ ਤੇ ਅਸੀਂ ਅੰਤਰਮੁਖੀ ਹੋ ਜਾਵਾਂਗੇ, ਤੇ ਅੰਤਰਮੁਖੀ ਹੋਵਾਂਗੇ ਤੇ ਸਾਡੇ ਅੰਦਰ ਨਾਮ ਚੱਲ ਰਿਹਾ ਸਾਰਿਆਂ 'ਚ। ਜਿੰਨੇ ਵੀ ਘੜ ਸਰੀਰ ਨੇ ਸਭਨਾਂ ਦੇ ਅੰਦਰ ਰਾਮ ਵਾਹਿਗੁਰੂ ਬੋਲ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਬਈ ਜਿੰਨੇ ਵੀ ਘੜ ਸਰੀਰ ਨੇ ਸਾਰਿਆਂ ਦੇ ਅੰਦਰ ਰਾਮ ਬੋਲਤ। ਹੁਣ ਸਾਡੇ ਅੰਦਰ ਕਿਵੇਂ ਬੋਲਦਾ ਰਾਮ ਵਾਹਿਗੁਰੂ, ਉਹਨਾਂ ਦੀ ਜਿਹੜੀ ਆਵਾਜ਼ ਹੈ ਉਹਨੂੰ ਕਹਿੰਦੇ ਅਨਹਦ। ਪਰਮਾਤਮਾ ਆਪ ਅਨਹਦ ਨੇ, ਉਹ ਬੇਅੰਤ ਨੇ ਵੀ ਜਿਨ੍ਹਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਹੁਣ ਉਹਨਾਂ ਦੀ ਜਿਹੜੀ ਆਵਾਜ਼ ਹੈ ਉਹ ਆਵਾਜ਼ ਵੀ ਅਨਹਦ ਬੇਅੰਤ ਹੈ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਮਹਾਰਾਜ ਇਸ ਲਈ ਫਰਮਾਉਂਦੇ ਅਨਹਦੋ ਅਨਹਦ ਵਾਜੇ, ਰੌਣ ਝਣਕਾਰੇ ਰਾਮ। ਵੀ ਅਨਹਦ ਪ੍ਰਕਾਸ਼ ਦੇ ਵਿੱਚੋਂ, ਪਰਮਾਤਮਾ ਦੇ ਮੁਖ ਦੇ ਵਿੱਚੋਂ ਉਹ ਅਨਹਦ ਸ਼ਬਦ ਨਾਦ ਨਾਮ ਪ੍ਰਗਟ ਹੋ ਰਿਹਾ। ਉਹਨੂੰ ਫਿਰ ਕਹਿੰਦੇ ਨੇ ਪਰਮਾਤਮਾ ਦੇ ਮੁਖ ਦੀ ਆਵਾਜ਼ ਨਾਮ ਸਹਿਜ ਧੁਨ। ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ। ਪਰਮਾਤਮਾ ਦੇ ਵਾਹਿਗੁਰੂ ਦੇ ਮੁਖ ਦੀ ਬਾਣੀ। ਜਿਵੇਂ ਇੱਕ ਤਾਂ ਹੈ ਆਪਣਾ ਜਿਹੜੀ ਸੰਸਾਰ ਦੀ ਭਾਸ਼ਾ ਬੋਲਦੇ ਆ, ਆਪਣੇ ਮੁਖ ਦੀ ਬਾਣੀ, ਇਹਨੂੰ ਕੱਚੀ ਬਾਣੀ ਕਹਿੰਦੇ। ਜਿਹੜੀ ਸੰਸਾਰ ਦੀ ਭਾਸ਼ਾ, ਇੱਕ ਹੈ ਗੁਰਬਾਣੀ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ, ਭਗਤਾਂ ਦੀ, ਗੁਰੂ ਸਾਹਿਬਾਨਾਂ ਦੀ, ਗੁਰਸਿੱਖਾਂ ਦੀ। ਇਹਨੂੰ ਕਹਿੰਦੇ ਗੁਰਬਾਣੀ, ਗੁਰੂਆਂ ਦੇ ਮੁਖ ਦੀ ਬਾਣੀ, ਉਹਨਾਂ ਦੇ ਮੁਖ ਦੇ ਵਿੱਚੋਂ ਪ੍ਰਗਟ ਹੋਈ, ਉਹਨਾਂ ਦੇ ਮੁਖ ਦੇ ਵਿੱਚੋਂ ਉਚਾਰਨ ਕੀਤੀ ਹੋਈ। ਜਿਵੇਂ ਗੁਰੂ ਨਾਨਕ ਪਾਤਸ਼ਾਹ, ਗੁਰੂ ਅੰਗਦ ਦੇਵ ਜੀ, ਗੁਰੂਆਂ ਦੇ ਮੁਖ ਦੀ ਬਾਣੀ, ਜਾਂ ਜਿਹੜੇ ਭਗਤ ਨੇ ਭਗਤਾਂ ਦੇ ਮੁਖ ਦੀ ਬਾਣੀ, ਗੁਰਸਿੱਖਾਂ ਦੀ ਬਾਣੀ। ਹੁਣ ਇੱਕ ਹੈ ਪਰਮਾਤਮਾ ਦੇ ਮੁਖ ਦੀ ਬਾਣੀ। ਬਈ ਮਾਲਕ ਜਦੋਂ ਬੋਲੇ, ਬਈ ਉਹਨਾਂ ਦੇ ਮੁਖ ਦੇ ਵਿੱਚੋਂ ਜਿਹੜੀ ਆਵਾਜ਼ ਪ੍ਰਗਟ ਹੋਈ, ਉਹਨੂੰ ਕਹਿੰਦੇ ਨੇ ਪਰਮਾਤਮਾ ਦੀ ਬਾਣੀ, ਅਨਹਦ ਬਾਣੀ, ਨਾਮ ਸੱਚੀ ਬਾਣੀ, ਧੁਰ ਕੀ ਬਾਣੀ, ਨਿਰੰਕਾਰ ਦੀ ਬਾਣੀ। ਉਸ ਬਾਣੀ ਦੀ ਉਸਤਤ ਫਿਰ ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ ਕੀਤੀ। ਉਸ ਬਾਣੀ ਨੂੰ ਕਹਿ ਰਹੇ ਨੇ ਵੀ ਧੁਰ ਤੋਂ ਆ ਰਹੀ। ਧੁਰ ਤੋਂ ਕਿੱਥੋਂ? ਪਰਮਾਤਮਾ ਦੇ ਮੁਖ ਦੇ ਵਿੱਚ। ਵੀ ਜਦੋਂ ਅਸੀਂ ਉਹਨੂੰ ਸੁਣਾਂਗੇ, ਉਹ ਬਾਣੀ ਨੂੰ,
ਸਾਡੀ ਜਿਹੜੀ ਚਿੰਤਾ ਫਿਕਰ ਉਹ ਸਾਰੀ ਖਤਮ ਹੋ ਜਾਣਗੀ। ਮਹਾਰਾਜ ਫਿਰ ਮੋਹਰ ਲਾਉਂਦੇ ਉਹਦੇ 'ਤੇ, ਕਹਿੰਦੇ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ। ਬਈ ਉਹ ਧੁਰ ਤੋਂ ਕਿੱਥੋਂ ਆ ਰਹੀ? ਪਰਮਾਤਮਾ ਦੇ ਮੁਖ ਦੇ ਵਿੱਚ, ਜਿੱਥੋਂ ਇਹ ਸਾਰਾ ਪਸਾਰਾ ਹੋਇਆ। ਉਹਨੂੰ ਫਿਰ ਕਹਿੰਦੇ ਵੀ ਉਹ ਅਨਹਦ ਬਾਣੀ ਤੇ ਉਹ ਸੱਚ ਦੇ ਵਿੱਚੋਂ ਪ੍ਰਗਟ ਹੋ ਰਹੀ ਪ੍ਰਕਾਸ਼ ਦੇ, ਤੇ ਉੱਥੇ ਹੀ ਜਾ ਕੇ ਸਮਾ ਰਹੀ ਫਿਰ ਵਾਪਸ। ਬਾਹੋ ਬਾਹੋ ਪੂਰੇ ਗੁਰ ਕੀ ਬਾਣੀ, ਪੂਰੇ ਗੁਰ ਤੇ ਉਪਜੀ ਸਾਚ ਸਮਾਣੀ। ਵੀ ਉਹ ਉਥੋਂ ਸੱਚ ਦੇ ਵਿੱਚੋਂ ਹੀ ਪ੍ਰਗਟ ਹੋ ਰਹੀ ਪ੍ਰਕਾਸ਼ ਦੇ ਵਿੱਚੋਂ, ਤੇ ਉੱਥੇ ਹੀ ਜਾ ਕੇ ਫਿਰ ਸਮਾ ਰਹੀ ਵਾਪਸ। ਫਿਰ ਉਹਨੂੰ ਕਹਿੰਦੇ ਨਿਰੰਕਾਰ ਦੀ ਬਾਣੀ, ਕਿਉਂਕਿ ਜਿਵੇਂ ਨਿਰੰਕਾਰ ਪਰਮਾਤਮਾ ਵੀ ਜਿਹਦਾ ਕੋਈ ਆਕਾਰ ਨਹੀਂ ਹੈ ਉਹਨੂੰ ਨਿਰੰਕਾਰ ਕਹਿੰਦੇ। ਔਰ ਜਿਵੇਂ ਮਾਲਕ ਦਾ ਕੋਈ ਰੂਪ ਰੰਗ, ਕੋਈ ਰੇਖ ਭੇਖ, ਕੋਈ ਜਾਤ ਪਾਤ ਨਹੀਂ, ਉਹ ਨਿਰੋਲ ਪ੍ਰਕਾਸ਼ ਹੈ। ਇਸੇ ਤਰ੍ਹਾਂ ਹੀ ਉਹ ਜਿਹੜੀ ਬਾਣੀ ਪਰਮਾਤਮਾ ਦੇ ਮੁਖ ਦੀ, ਉਹ ਵੀ ਨਿਰੰਕਾਰ ਹੈ, ਕਿਉਂਕਿ ਉਹਦਾ ਵੀ ਕੋਈ ਰੂਪ ਰੰਗ, ਕੋਈ ਰੇਖ ਭੇਖ ਨਹੀਂ। ਉਹ ਜਿਹੜੀ ਬਾਣੀ ਹੈ ਉਹ ਵੀ ਕਿਸੇ ਲਿਖਤ ਪੜ੍ਹਤ ਦੇ ਵਿੱਚ ਨਹੀਂ ਆਉਂਦੀ, ਉਹਨੂੰ ਕਹਿੰਦੇ ਅਨਹਦ। ਮਹਾਰਾਜ ਕਹਿੰਦੇ ਤਿਸ ਰੂਪ ਨਾ ਰੇਖ ਅਨਾਹਦ ਵਾਜੇ ਸ਼ਬਦ ਨਿਰੰਜਨ ਕੀ ਆ। ਵੀ ਉਹ ਜਿਹੜੀ ਬਾਣੀ ਹੈ ਉਹਦਾ ਕੋਈ ਰੂਪ ਰੰਗ, ਕੋਈ ਰੇਖ ਭੇਖ ਨਹੀਂ, ਉਹ ਅਨਹਦ ਸ਼ਬਦ। ਉਸੇ ਬਾਣੀ ਪਰਥਾਈ ਫਿਰ ਗੁਰੂ ਸਾਹਿਬ ਫਰਮਾਉਂਦੇ ਬਾਹੋ ਬਾਹੋ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨਾ ਕੋਈ। ਵੀ ਉਹ ਬਾਣੀ ਨਿਰੰਕਾਰ ਹੈ ਜਿਹਦਾ ਕੋਈ ਆਕਾਰ ਨਹੀਂ। ਵੀ ਉਹ ਬਾਣੀ ਜਿਹੜੀ ਉਹ ਕਿਸੇ ਲਿਖਤ ਪੜ੍ਹਤ ਵਿੱਚ ਨਹੀਂ ਆਉਂਦੀ, ਨਾਮ ਹੈ ਜਿਹੜਾ ਉਹ ਲਿਖਿਆ ਨਹੀਂ ਜਾਂਦਾ, ਉਹ ਸਿਰਫ ਸਾਨੂੰ ਸੁਣਾਈ ਦਿੰਦਾ, ਅਸੀਂ ਉਹ ਬਾਣੀ ਸੁਣ ਸਕਦੇ। ਮਹਾਰਾਜ ਤਾਂਹੀਓ ਸਾਨੂੰ ਗੁਰੂ ਨਾਨਕ ਪਾਤਸ਼ਾਹ ਰੋਜ਼ ਸਮਝਾਉਂਦੇ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਵੇ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਈ। ਵੀ ਉਹ ਜਿਹੜਾ ਨਾਮ ਹੈ ਉਹਦਾ ਕੋਈ ਰੂਪ ਰੰਗ ਜਾਂ ਉਹਦਾ ਕੋਈ ਰੇਖ ਭੇਖ ਨਹੀਂ ਹੈ, ਉਹ ਸਿਰਫ ਸਾਨੂੰ ਸੁਣਾਈ ਦਿੰਦਾ, ਅਸੀਂ ਸੁਣ ਸਕਦੇ। ਸੰਸਾਰ 'ਚ ਕੋਈ ਐਸਾ ਕਾਗਜ਼ ਜਾਂ ਐਸੀ ਕੋਈ ਕਲਮ ਨਹੀਂ ਹੈ ਜਿਹਦੇ ਦੁਆਰਾ ਨਾਮ ਲਿਖਿਆ ਜਾ ਸਕੇ, ਕਿਉਂਕਿ ਉਹ ਲਿਖਿਆ ਜਾਂਦਾ ਹੀ ਨਹੀਂ, ਕਿਸੇ ਲਿਖਤ ਪੜ੍ਹਤ ਚਾਹੁੰਦਾ ਹੀ ਨਹੀਂ ਹੈ। ਫਿਰ ਉਹਨੂੰ ਹੀ ਕਹਿੰਦੇ ਵੀ ਉਹ ਨਿਰੰਕਾਰ ਬਾਣੀ ਹੈ, ਵੀ ਜਿਹਦਾ ਕੋਈ ਆਕਾਰ ਨਹੀਂ। ਔਰ ਉਸ ਬਾਣੀ ਦੀ ਉਸਤਤ ਵਡਿਆਈ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ ਇਹ ਸ਼ਬਦਾਂ ਦੇ ਵਿੱਚ ਕੀਤੀ, ਅੱਖਰਾਂ ਦੇ ਵਿੱਚ। ਆਖਰੀ ਸਿਫਤ, ਆਖਰੀ ਸਲਾਹ, ਵੀ ਇਹਦੇ ਵਿੱਚ ਉਸ ਨਾਮ ਦੀ ਤੇ ਸੱਚ ਦੀ ਸਿਫਤ ਸਲਾਹ ਕੀਤੀ ਹੈ, ਵਡਿਆਈ ਕੀਤੀ ਸ਼ਬਦਾਂ ਦੇ ਵਿੱਚ। ਹੁਣ ਸ਼ਬਦਾਂ ਦੇ ਵਿੱਚ ਇਹ ਭੇਤ ਸਾਰਾ ਦਿੱਤਾ ਗਿਆ, ਸਮਝਾਇਆ ਸਾਰਾ ਗਿਆ, ਪਰ ਇਹਨੂੰ ਸਮਝੇਗਾ ਮਹਾਰਾਜ ਕਹਿੰਦੇ ਕੋਈ ਵਿਰਲਾ ਹੀ। ਸ਼ਬਦਾਂ ਮਾਹੇ ਵਖਾਣੀਏ ਵਿਰਲਾ ਤਾਂ ਬੁੱਝੇ ਕੋਈ। ਵੀ ਸ਼ਬਦਾਂ ਦੇ ਵਿੱਚ ਵਖਿਆਣ ਸਾਰਾ ਕੀਤਾ, ਪਰ ਇਹਨੂੰ ਸਮਝਦਾ ਕੋਈ ਵਿਰਲਾ ਹੈ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਜੇ ਤੁਸੀਂ ਖੋਜੋਗੇ ਤੇ ਤੁਸੀਂ ਲੱਭ ਲਓਗੇ। ਵੀ ਜਿਹੜੇ ਵੀ ਜੀਵ ਪਰਮਾਤਮਾ ਨੂੰ ਮਿਲਣਾ ਚਾਹੁੰਦੇ, ਸ਼ਬਦਾਂ ਦੇ ਵਿੱਚ ਸਾਰਾ ਭੇਦ ਦਿੱਤਾ ਗਿਆ, ਤੁਸੀਂ ਖੋਜੋ ਤੇ ਤੁਸੀਂ ਮਿਲ ਲਓ। ਇਹ ਆਪਾਂ ਰੋਜ਼ ਦੋਹਰਾ ਵੀ ਪੜ੍ਹਦੇ ਹਾਂ, ਜੋ ਪ੍ਰਭ ਕੋ ਮਿਲ ਵੋਚ ਹੈ ਖੋਜ ਸ਼ਬਦ ਮੈਲੀ। ਵੀ ਜਿਹੜਾ ਮਿਲਣਾ ਚਾਹੁੰਦਾ ਉਹ ਸ਼ਬਦਾਂ ਦੇ ਵਿੱਚ ਸਾਰਾ ਸਾਨੂੰ ਭੇਦ ਦਿੱਤਾ ਗਿਆ, ਵੀ ਉਹ ਖੋਜ ਕਰ ਲਏ। ਹੌਲੀ ਅਸੀਂ ਫਿਰ ਖੋਜੀ ਬਣਨਾ, ਅਤੇ ਖੋਜੀ ਬਣਨ ਵਾਸਤੇ ਸਾਨੂੰ ਕਹਿੰਦੇ ਸਿਮਰਨ ਕਰੋ। ਜਦੋਂ ਸਿਮਰਨ ਕਰਾਂਗੇ ਅਸੀਂ ਅੰਤਰਮੁਖੀ ਹੋਵਾਂਗੇ ਅਤੇ ਫਿਰ ਹੀ ਸਾਡੇ ਅੰਦਰ ਦੀ ਖੋਜ ਸ਼ੁਰੂ ਹੋਣੀ। ਜੇ ਅਸੀਂ ਬਾਹਰ ਮੁਖੀ ਹਾਂ, ਅਸੀਂ ਬਾਹਰ ਦੀਆਂ ਖੋਜਾਂ ਕਰਦੇ ਰਹਾਂਗੇ। ਜੇ ਅਸੀਂ ਬਾਹਰ ਮੁਖੀ ਹਾਂ, ਅਸੀਂ ਬਾਹਰ ਦੀਆਂ ਪਰਖਾਂ ਕਰਦੇ ਰਹਾਂਗੇ, ਅਸੀਂ ਆਪਣੇ ਆਪੇ ਦੀ ਪਰਖ ਨਹੀਂ ਕਰਾਂਗੇ।
ਹੁਣ ਸਤਿਗੁਰੂ ਸਾਨੂੰ ਕਹਿੰਦੇ ਵੀ ਅਸਲ ਪਾਰਖੂ ਉਹ ਹੈ ਜਿਹੜਾ ਆਪਣੇ ਆਪੇ ਦੀ ਪਰਖ ਕਰਤ। ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ। ਵੀ ਅਸਲ ਪਾਰਖੂ ਉਹਨੂੰ ਸਮਝੋ ਜਿਹੜਾ ਆਪਣੇ ਆਪੇ ਦੀ ਪਰਖ ਕਰਤ, ਵੀ ਮੈਂ ਕੌਣ ਆ, ਕਿੱਥੋਂ ਆਏ ਹਾਂ, ਮੇਰਾ ਘਰ ਕਿੱਥੇ ਹੈ। ਜਿਹੜਾ ਇਹ ਫਿਰ ਖੋਜ ਕਰਦਾ ਆਪਣੇ ਆਪੇ 'ਚ, ਉਹਨੂੰ ਕਹਿੰਦੇ ਪਾਰਖੂ ਹੈ। ਉਹ ਨਹੀਂ ਵੈਦ ਕਹਿੰਦੇ ਸਿਆਣਾ ਸੁਝਾਣ। ਵੀ ਜਿਹੜਾ ਰੋਗ ਵੀ ਜਾਣਦਾ ਹੈ ਅਤੇ ਰੋਗਾਂ ਦਾ ਦਾਰੂ ਵੀ ਜਾਣਤ। ਜਦੋਂ ਅਸੀਂ ਆਪਣੇ ਆਪੇ ਦੀ ਪਰਖ ਕਰਾਂਗੇ ਸਾਨੂੰ ਪਤਾ ਲੱਗਦਾ ਵੀ ਸਾਡਾ ਮਨ ਰੋਗੀ ਹੈ। ਸਾਡੇ ਮਨ ਨੂੰ ਇਹ ਰੋਗ ਚੁੰਬੜੇ ਹੋਏ ਨੇ, ਜਿਹੜੇ ਵਿਚਾਰ ਨੇ, ਇਹ ਮਾਇਆ ਜਿਹੜੀ ਲੱਗੀ, ਇਹ ਸਾਡੇ ਮਨ ਨੂੰ ਰੋਗ ਹੈ। ਹੁਣ ਜਿਹੜਾ ਇਹ ਰੋਗ ਵੀ ਜਾਣਦਾ ਅਤੇ ਇਹ ਰੋਗ ਦਾ ਦਾਰੂ ਕੀ, ਉਹ ਦਾਰੂ ਵੀ ਜਾਣਤ। ਉਹਨੂੰ ਕਹਿੰਦੇ ਸਿਆਣਾ ਵੈਦ। ਰੋਗ ਦਾਰੂ ਦੋਵੇਂ ਬੂਝੇ ਸੋ ਵੈਦ ਸੁਝਾਣ। ਵੀ ਉਹ ਸਿਆਣਾ ਵੈਦ, ਉਹ ਸੁਝਾਣ ਹੈ। ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਰੋਗ ਕੀ ਹੈ। ਵੀ ਸਭ ਤੋਂ ਵੱਡਾ ਰੋਗ ਤਾਂ ਸਾਨੂੰ ਇਹ ਲੱਗਿਆ ਜਿਹੜਾ ਅਸੀਂ ਪਰਮਾਤਮਾ ਤੋਂ ਵਿਛੜੇ ਬੈਠੇ, ਜਿਹੜਾ ਅਸੀਂ ਮਾਲਕ ਨੂੰ ਭੁੱਲੇ ਬੈਠੇ ਹਾਂ, ਸਾਡਾ ਮਾਲਕ ਨਾਲੋਂ ਵਿਛੋੜਾ ਪਿਆ। ਇਹ ਸਭ ਤੋਂ ਵੱਡਾ ਦੁੱਖ ਹੈ, ਦੁੱਖ ਵਿਛੋੜਾ। ਵੀ ਅਸੀਂ ਮਾਲਕ ਤੋਂ ਵਿਛੜੇ ਬੈਠੇ ਅਤੇ ਇਹ ਦੁੱਖ ਆ। ਹੁਣ ਇਹ ਦੁੱਖ ਸਾਡਾ ਕਿਵੇਂ ਦੂਰ ਹੋਵੇ? ਦੂਰ ਉਦੋਂ ਹੀ ਹੋਊ ਜਦੋਂ ਸਾਡਾ ਮਿਲਾਪ ਹੋ ਜੂ। ਜੇ ਹੁਣ ਦੁੱਖ ਹੈ ਅਤੇ ਦੁੱਖ ਤਾਂ ਉਦੋਂ ਹੀ ਖਤਮ ਹੋਏਗਾ ਜਦੋਂ ਸਾਡਾ ਮਿਲਾਪ ਹੋਏਗਾ, ਨਹੀਂ ਤਾਂ ਹੋਣਾ ਨਹੀਂ। ਹੁਣ ਤਾਂ ਫਿਰ ਆਪਾਂ ਨੂੰ ਸਮਝਾਉਂਦੇ ਸੱਚੇ ਪਾਤਸ਼ਾਹ ਵੀ ਮਿਲਾਪ ਫੇਰ ਹੋਊ ਜੇ ਸਾਡੇ ਮਨ ਦੇ ਰੋਗ ਠੀਕ ਹੋਣਗੇ। ਰੋਗ ਤਾਂ ਠੀਕ ਹੋਣਗੇ ਜੇ ਸਾਨੂੰ ਪਹਿਲਾਂ ਰੋਗਾਂ ਦਾ ਪਤਾ ਹੋਊ ਵੀ ਰੋਗ ਹੈ ਕੀ ਨੇ, ਫੇਰ ਹੀ ਅਸੀਂ ਉਹ ਰੋਗਾਂ ਦਾ ਦਾਰੂ ਲਵਾਂਗੇ। ਜੇ ਸਾਨੂੰ ਪਤਾ ਹੀ ਨਹੀਂ ਵੀ ਰੋਗ ਕੀ ਨੇ ਅਤੇ ਅਸੀਂ ਦਾਰੂ ਕੀ ਲੈਣਾ। ਹੁਣ ਤਾਂ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਕਹਿੰਦੇ ਵੀ ਸੰਸਾਰ ਹੈ ਜਿਹੜਾ ਇਹ ਰੋਗੀ ਹੈ, ਅਤੇ ਰੋਗੀਆਂ ਦਾ ਦਾਰੂ ਕੀ ਹੈ? ਨਾਮ। ਸੰਸਾਰ ਰੋਗੀ ਨਾਮ ਦਾਰੂ। ਮਹਾਰਾਜ ਕਹਿੰਦੇ ਵੀ ਸੰਸਾਰ ਰੋਗੀ ਹੈ ਅਤੇ ਨਾਮ ਦਾਰੂ ਹੈ। ਹੁਣ ਇਹ ਨਾਮ ਦਾਰੂ ਦੇਣ ਵਾਸਤੇ ਸਾਡੇ ਅੰਦਰ ਹੀ ਸਹਿਜ ਘਰ ਦੇ ਵਿੱਚ ਸਤਿਗੁਰੂ ਬੈਠੇ ਨੇ ਵੈਦ। ਜਦੋਂ ਅਸੀਂ ਉਹਨਾਂ ਕੋਲ ਜਾਵਾਂਗੇ ਤਾਂ ਉਹ ਸਾਨੂੰ ਦਾਰੂ ਦੇ ਦੇਣਗੇ। ਜਦ ਤੱਕ ਅਸੀਂ ਹੁਣ ਉਹਨਾਂ ਕੋਲ ਜਾਂਦੇ ਨਹੀਂ, ਸਾਨੂੰ ਦਾਰੂ ਨਹੀਂ ਮਿਲਦਾ। ਅਤੇ ਜਦ ਤੱਕ ਦਾਰੂ ਨਹੀਂ ਮਿਲਦਾ ਉਹਨਾਂ ਸਮਾਂ ਸਾਡੇ ਰੋਗ ਨਹੀਂ ਠੀਕ ਹੋ ਸਕਦੇ ਮਨ 'ਚ। ਔਰ ਸਤਿਗੁਰੂ ਪਾਸ ਜਾਣ ਵਾਸਤੇ ਸਾਨੂੰ ਇਹ ਸਿਮਰਨ ਕਰਨਾ ਪੈਂਦਾ। ਅਸੀਂ ਇਹ ਸਾਧਨ ਅਪਣਾਉਂਦੇ ਵੀ ਤਾਂ ਕਿ ਜੋ ਸਾਡੇ ਅੰਦਰ ਵੈਦ ਬੈਠੇ ਨੇ, ਅਸੀਂ ਉਹ ਵੈਦ ਕੋਲ ਚਲੇ ਜਾਈਏ ਅਤੇ ਉਹਦੇ ਵਾਸਤੇ ਫਿਰ ਇਹ ਸਾਨੂੰ ਸਿਮਰਨ ਕਰਨਾ ਪੈਂਦਾ। ਸਿਮਰਨ ਕਰਦੇ ਕਰਦੇ ਹੀ ਅਸੀਂ ਉੱਥੇ ਜਾ ਸਕਦੇ ਹਾਂ। ਜੇ ਨਹੀਂ ਕਰਾਂਗੇ ਤਾਂ ਅਸੀਂ ਉੱਥੇ ਜਾ ਨਹੀਂ ਸਕਦੇ। ਔਰ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਤੁਸੀਂ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆਓ। ਜੇ ਤੁਸੀਂ ਆ ਜਾਓਗੇ ਤਾਂ ਤੁਸੀਂ ਸਦਾ ਸੁਖੀ ਹੋ ਜਾਓਗੇ। ਮਹਾਰਾਜ ਕਹਿੰਦੇ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ। ਹੁਣ ਰਾਮ ਦੀ ਸ਼ਰਨ ਦੇ ਵਿੱਚ ਜਾਣ ਵਾਸਤੇ ਇਹ ਆਪਾਂ ਨੂੰ ਮਹਾਰਾਜ ਸਿਮਰਨ ਅਭਿਆਸ ਦੱਸਦੇ। ਆਓ ਹੁਣ ਜੋ ਆਪਾਂ ਨੂੰ ਸਤਿਗੁਰੂ ਕਹਿ ਰਹੇ ਵੀ ਤੁਸੀਂ ਪਰਮਾਤਮਾ ਦੀ ਸ਼ਰਨ 'ਚ ਜਾਣਾ ਹੈ ਅਤੇ ਉਹਦੇ ਵਾਸਤੇ ਤੁਸੀਂ ਸਿਮਰਨ ਕਰਨਾ। ਵੈਦ ਕੋਲ ਜਾਣਾ ਹੈ ਅਤੇ ਉਹਦੇ ਵਾਸਤੇ ਅਸੀਂ ਸਿਮਰਨ ਕਰਨਾ। ਆਓ ਹੁਣ ਜੋ ਮਹਾਰਾਜ ਆਪਾਂ ਨੂੰ ਇਹ ਸਾਸ ਗਿਰਾਸ ਅਭਿਆਸ ਦੱਸ ਰਹੇ ਨੇ, ਸਾਰੇ ਗੁਰਮੁਖ ਪਿਆਰੇ ਆਓ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ।
वाहिगुरु 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 जी का खालसा वाहिगुरु जी की फतेह।
ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਇਹ ਆਪ ਅਭਿਆਸ ਕਰਦੇ ਹਾਂ, ਹੌਲੀ ਹੌਲੀ ਅਸੀਂ ਅੰਤਰਮੁਖੀ ਹੁੰਦੇ ਜਾਂਦੇ ਬਾਹਰੋਂ। ਜਿਉਂ ਅਸੀਂ ਅੰਤਰਮੁਖੀ ਹੁੰਦੇ ਜਾਵਾਂਗੇ, ਹੌਲੀ ਹੌਲੀ ਅਸੀਂ ਸਹਿਜ ਵਿੱਚ ਚਲੇ ਜਾਵਾਂਗੇ, ਜਿੱਥੇ ਉਹ ਵੈਦ ਬੈਠੇ, ਸਤਿਗੁਰੂ ਬੈਠੇ। ਜਦੋਂ ਅਸੀਂ ਉਹਨਾਂ ਪਾਸ ਚਲੇ ਗਏ ਅਤੇ ਉਹ ਸਾਡੇ ਮੁੱਖ ਦੇ ਵਿੱਚ ਦਾਰੂ ਪਾਉਣਗੇ, ਅੰਮ੍ਰਿਤ, ਜਿਹਦੇ ਨਾਲ ਸਾਨੂੰ ਸਦਾ ਵਾਸਤੇ ਅਮਰ ਕਰ ਦੇਣਗੇ। ਜਿਹੜੀ ਇਹ ਜਮਾਂ ਦੀ ਫਾਹੀ ਸਾਡੇ ਗਲਾਂ 'ਚ ਪਈ, ਇਹ ਕੱਟੀ ਜਾਏਗੀ। ਮਹਾਰਾਜ ਤਾਈਓਂ ਫਰਮਾਉਂਦੇ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ, ਕਾਟੇ ਜਮ ਕੀ ਫੰਦਾ। ਵੀ ਸਾਡੀ ਜਮਾਂ ਦੀ ਫਾਹੀ ਵੀ ਕੱਟੀ ਜਾਣੀ ਅਤੇ ਅਸੀਂ ਸਦਾ ਵਾਸਤੇ ਅਮਰ ਵੀ ਹੋ ਜਾਣਾ, ਅਤੇ ਸਾਡਾ ਰੋਗ ਵੀ ਜਿਹੜਾ ਇਹ ਜਨਮ ਮਰਨ ਦਾ ਲੱਗਿਆ ਕੱਟਿਆ ਜਾਣਾ। ਹੁਣ ਆਪਾਂ ਨੂੰ ਫਿਰ ਕਹਿੰਦੇ ਵੀ ਤੁਸੀਂ ਇਹ ਦਾਰੂ ਲਓ, ਨਾਮ। ਹੁਣ ਇਹ ਦਾਰੂ ਸਾਨੂੰ ਸੰਸਾਰ 'ਚੋਂ ਨਹੀਂ ਕਿਤੋਂ ਮਿਲਦਾ, ਬਾਹਰੋਂ। ਇਹ ਦਾਰੂ ਸਾਨੂੰ ਸਤਿਗੁਰੂ ਹੀ ਦੇਣਗੇ, ਹੋਰ ਕੋਈ ਦੇ ਨਹੀਂ ਸਕਦਾ। ਸਤਿਗੁਰੂ ਵਸ ਹੈ, ਉਹ ਹੱਕਦਾਰ ਹੈ ਇਹ ਖਜ਼ਾਨੇ ਦਾ, ਨਾਮ ਦਾ, ਇਹ ਦਾਰੂ ਦਾ, ਅੰਮ੍ਰਿਤ ਦਾ। ਮਹਾਰਾਜ ਤਾਈਓਂ ਫਿਰ ਸਾਨੂੰ ਫਰਮਾਉਂਦੇ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਬੜ ਭਾਗੀ ਹੈ। ਵੀ ਇਹ ਸਤਿਗੁਰੂ ਤੋਂ ਹੀ ਸਾਨੂੰ ਨਾਮ ਧਨ ਦੀ ਪ੍ਰਾਪਤੀ ਹੁੰਦੀ, ਅਤੇ ਜਿਨ੍ਹਾਂ ਨੂੰ ਹੋ ਗਈ ਕਹਿੰਦੇ ਉਹ ਗੁਰਸਿੱਖ ਬੜ ਭਾਗੀ ਹੈ, ਵੱਡੇ ਭਾਗਾਂ ਵਾਲਾ ਹੈ। ਹੁਣ ਉਹਨਾਂ ਦੀ ਫਿਰ ਜੇ ਸਾਨੂੰ ਸੰਗਤ ਮਿਲ ਜੀ, ਜਿਨ੍ਹਾਂ ਨੂੰ ਨਾਮ ਦੀ ਦਾਤ ਮਿਲ ਗਈ ਸਤਿਗੁਰਾਂ ਤੋਂ, ਅਤੇ ਜੇ ਅਸੀਂ ਉਹਨਾਂ ਦੀ ਸੰਗਤ ਕਰੀਏ, ਫਿਰ ਉਹ ਆਪਾਂ ਨੂੰ ਵੀ ਦੱਸਦੇ ਵੀ ਤੁਸੀਂ ਵੀ ਉਹ ਨਾਮ ਦੀ ਪ੍ਰਾਪਤੀ ਕਰ ਸਕਦੇ। ਵੀ ਕਿਵੇਂ ਕੀਤੀ, ਉਹ ਫਿਰ ਉਹ ਆਪਾਂ ਨੂੰ ਸਾਰਾ ਦੱਸਦੇ, ਅਤੇ ਉਹਨੂੰ ਕਹਿੰਦੇ ਅਕਥ ਕਹਾਣੀ। ਬਈ ਕਿਵੇਂ ਅਸੀਂ ਪਰਮਾਤਮਾ ਤੋਂ ਵਿਛੜੇ, ਅਤੇ ਫਿਰ ਕਿਵੇਂ ਅਸੀਂ ਅੰਤਰਮੁਖੀ ਹੋਏ, ਕਿਵੇਂ ਮਾਲਕ ਨਾਲ ਮਿਲਾਪ ਹੋਏ। ਉਹ ਫਿਰ ਸਾਰੀ ਵਿਛੋੜੇ ਤੋਂ ਲੈ ਕੇ ਮਿਲਾਪ ਤੱਕ ਦੀ ਜਿਹੜੀ ਕਹਾਣੀ ਦੱਸਣੀ, ਉਹਨੂੰ ਅਕਥ ਕਥਾ ਆਖਿਆ, ਕਥ ਕਹਾਣੀ, ਪ੍ਰੇਮ ਕਹਾਣੀ। ਉਹ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਤੁਸੀਂ ਉਹ ਕਹਾਣੀ ਦੱਸੋ, ਉਹ ਕਹਾਣੀ ਕਰੋ। ਹਰ ਕਥਾ ਸੁਣਾਵੋ ਮੇਰੇ ਗੁਰ ਸਿੱਖੋ, ਮੇਰੇ ਹਰ ਪ੍ਰਭ ਕੀ ਕਥ ਕਹਾਣੀ। ਕਿਉਂ ਪਾਈਏ ਕਿਉਂ ਦੇਖੀਏ, ਮੇਰਾ ਹਰ ਪ੍ਰਭ ਸੁਗਣ ਸਜਣ। ਵੀ ਕਿਵੇਂ ਮਾਲਕ ਨੂੰ ਪਾਇਆ ਜਾਂਦਾ, ਕਿਵੇਂ ਉਹਨੂੰ ਦੇਖਿਆ ਜਾਂਦਾ, ਕਿਵੇਂ ਉਹ ਖਜ਼ਾਨੇ ਦੀ ਪ੍ਰਾਪਤੀ ਹੁੰਦੀ ਨਾਮ ਦੀ, ਉਹ ਸਾਰੀ ਕਥ ਕਹਾਣੀ ਸੁਣਾਵੋ। ਹੌਲੀ ਫਿਰ ਆਪਾਂ ਨੂੰ ਉਹ ਗੁਰਮੁਖ ਸੁਣਾਉਂਦੇ ਗੁਰਬਾਣੀ ਗੁਰੂ ਰਾਹੀਂ, ਜਿਨ੍ਹਾਂ ਦਾ ਮਿਲਾਪ ਹੋਇਆ, ਜਿਹੜੇ ਘਰ ਕੇ ਉਹਨਾਂ ਨੇ ਫਿਰ ਆਪਾਂ ਨੂੰ ਦੱਸਿਆ। ਅਤੇ ਮਹਾਰਾਜ ਕਹਿੰਦੇ ਉਹ ਗੁਰਮੁਖ ਫਿਰ ਧਨ ਨੇ, ਵੀ ਉਹਨਾਂ ਤੋਂ ਅਸੀਂ ਪੁੱਛਣਾ ਜਾ ਕੇ ਪਰਮਾਤਮਾ ਦੀਆਂ ਬਾਤਾਂ, ਵੀ ਸਾਨੂੰ ਸੁਣਾਓ, ਸਾਨੂੰ ਕਥਾ ਕਹਾਣੀ ਸੁਣਾਓ, ਸਾਨੂੰ ਦੱਸੋ ਵੀ ਕਿਵੇਂ ਅਸੀਂ ਵੀ ਆਪਦਾ ਜੀਵਨ ਜਿਹੜਾ ਉਹ ਸਫਲ ਕਰ ਸਕੀ। ਮਹਾਰਾਜ ਇਸ ਲਈ ਫਰਮਾਉਂਦੇ, ਧੰਨ ਧੰਨ ਹਰ ਜਨ, ਜਨ ਹਰ ਪ੍ਰਭ ਜਾਤਾ, ਜਾਏ ਪੁੱਛਾਂ ਜਨ ਹਰ ਕੀਆਂ ਬਾਤਾਂ। ਵੀ ਉਹ ਹਰੀ ਦੇ ਜਨ ਧੰਨ, ਜਿਨ੍ਹਾਂ ਨੇ ਹਰੀ ਨੂੰ ਜਾਣ ਲਿਆ, ਅਤੇ ਉਦੋਂ ਅਸੀਂ ਉਹਦੀ ਸੁਣੀਏ ਬਾਤ ਮਾਲਕ ਦੀ, ਵੀ ਸਾਨੂੰ ਸੁਣਾਓ ਤਾਂ ਕਿ ਅਸੀਂ ਵੀ ਮਿਲ ਸਕੀਏ। ਹੁਣ ਤਾਂ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਪਿਆਰ ਦੀ ਕਹਾਣੀ, ਅਕਥ ਕਹਾਣੀ ਪ੍ਰੇਮ ਕੀ, ਉਹ ਪ੍ਰੀਤਮ ਆਖੇ ਆਏ ਵੀ ਇਹ ਪ੍ਰੇਮ ਦੀ ਕਹਾਣੀ। ਵੀ ਕਿਸੇ ਨਾਲ ਕੋਈ ਦੁਬਦਾ ਦੀ ਜਾਂ
ਕਿਸੇ ਦੀ ਨਿੰਦਿਆ ਜਾਂ ਕਿਸੇ ਦੀ ਚੁਗਲੀ ਦੀ ਗੱਲ ਨਹੀਂ, ਕੋਈ ਵੈਰ ਵਿਰੋਧ ਦੀ ਗੱਲ ਨਹੀਂ, ਇਹ ਪਿਆਰ ਦੀ ਗੱਲ, ਪ੍ਰੇਮ ਕਹਾਣੀ ਵੀ ਕਿਵੇਂ ਸਾਡਾ ਮਾਲਕ ਦੇ ਨਾਲ ਪ੍ਰੇਮ ਪਵੇ, ਕਿਵੇਂ ਸਾਡੀ ਕਹਾਣੀ ਸ਼ੁਰੂ ਹੋਵੇ। ਔਰ ਉਹਦੇ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜਦੋਂ ਅਸੀਂ ਫਿਰ ਇਹ ਸਤਸੰਗਤ ਕਰਦੇ ਹਾਂ, ਫਿਰ ਸਤਿਗੁਰੂ ਆਪਾਂ ਨੂੰ ਇਹ ਪ੍ਰੇਮ ਕਹਾਣੀ ਸੁਣਾਉਂਦੇ। ਜਦੋਂ ਅਸੀਂ ਸੁਣਾਂਗੇ ਅਤੇ ਸਾਡੇ ਮਨ 'ਤੇ ਅਸਰ ਹੋਏਗਾ, ਫਿਰ ਆਪਾਂ ਵੀ ਇਹ ਪ੍ਰੇਮ ਦੇ ਮਾਰਗ 'ਤੇ ਚੱਲਾਂਗੇ। ਅੱਗੇ ਜੇ ਅਸੀਂ ਮਾਲਕ ਨੂੰ ਮਿਲਣਾ ਚਾਹੁੰਦੇ ਅਤੇ ਫਿਰ ਇਹ ਰਸਤਾ ਇੱਕੋ ਹੀ ਹੈ, ਪਿਆਰ 'ਚ, ਜਿਹੜਾ ਅਸੀਂ ਭੁੱਲ ਚੁੱਕੇ ਹਾਂ, ਜਿਹੜਾ ਅਸੀਂ ਛੱਡ ਚੁੱਕੇ। ਮਹਾਰਾਜ ਫਰਮਾਉਂਦੇ, ਪੰਥਾ ਪ੍ਰੇਮ ਨਾ ਜਾਣੀ, ਭੁੱਲੀ ਫਿਰੇ ਗਵਾਰ। ਵੀ ਜਿਹੜਾ ਪ੍ਰੇਮ ਦਾ ਪੰਥ ਸੀ, ਉਹ ਜਦੋਂ ਸਾਡਾ ਮਨ ਭੁੱਲ ਜਾਂਦਾ, ਫਿਰ ਇੱਧਰ ਗਵਾਰਾਂ ਵਾਂਗੂ ਚੱਲਣਾ ਸ਼ੁਰੂ ਕਰ ਦਿੰਦਾ, ਅਤੇ ਫਿਰ ਇਹ ਮਾਇਆ ਨਾਲ ਜੜ ਜਾਂਦਾ ਅਤੇ ਮਾਇਆ ਨੂੰ ਮੋਹ ਲੈਂਦੀ। ਮਾਇਆ ਫਿਰ ਇਹਨੂੰ ਜ਼ਹਿਰ ਚੜ੍ਹਾ ਦਿੰਦੀ, ਫਿਰ ਇਹਦੀ ਸੁੱਧ ਬੁੱਧ ਮਾਰੀ ਜਾਂਦੀ। ਇਹ ਤਾਈਆਂ ਮਾਰੇ ਕਹਿੰਦੇ ਵੀ ਇਹ ਹਉਮੈ ਜਿਹੜੀ, ਫਿਰ ਜੀਵ ਹਉਮੈ 'ਚ ਆ ਕੇ ਇਹਦੇ ਮਾਇਆ ਜਿਹੜੀ ਇਹਨੂੰ ਫਿਰ ਮੋਹਦੀ ਅਤੇ ਫਿਰ ਇਹਨੂੰ ਖਵਾਰ ਕਰਦੀ, ਫਿਰ ਇਹ ਮਾਇਆ ਦੀ ਅਗਨ ਦੇ ਵਿੱਚ ਜਲਦਾ ਸੜਦਾ ਅਤੇ ਦੁਖੀ ਹੁੰਦਾ। ਮਹਾਰਾਜ ਤਾਈਓ ਕਹਿੰਦੇ, ਹਉਮੈ ਮਮਤਾ ਮੋਹਣੀ ਮਨਮੁਖਾਂ ਨੂੰ ਗਈ ਖਾਏ। ਵੀ ਮਨਮੁਖਾਂ ਨੂੰ ਖਾ ਗਈ, ਕਿਉਂਕਿ ਇਹਨਾਂ ਨੇ ਇਹਦੇ ਨਾਲ ਚਿੱਤ ਜੋੜ ਲਏ। ਜਿਨ੍ਹਾਂ ਨੇ ਸੱਚ ਦੇ ਨਾਮ ਦੇ ਨਾਲ ਚਿੱਤ ਜੋੜੇ ਆ, ਜਿਨ੍ਹਾਂ ਨੂੰ ਇਹ ਮਾਇਆ ਦਾ ਜ਼ਹਿਰ ਚੜ੍ਹ ਵੀ ਗਿਆ, ਉਹਨਾਂ ਨੇ ਗੁਰੂ ਦੀ ਮੱਤ ਲੈ ਕੇ, ਉਹਨਾਂ ਨੇ ਹਰੀ ਦਾ ਨਾਮ ਲੈ ਕੇ ਇਹ ਫਿਰ ਜ਼ਹਿਰ ਨੂੰ ਲਾ ਦਿੱਤਾ। ਜੋ ਮਾਰੇ ਕਹਿੰਦੇ, ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ, ਗੁਰਮੁਖ ਪਾਇਆ ਜਾਏ। ਵੀ ਮਾਇਆ ਦਾ ਜਿਹੜਾ ਮਾਰਨ ਉਹ ਨਾਮ ਹੈ, ਅਤੇ ਗੁਰਮੁਖਾਂ ਨੇ ਉਹ ਨਾਮ ਦੀ ਪ੍ਰਾਪਤੀ ਕਰ ਲਈ। ਅਤੇ ਜਦੋਂ ਅਸੀਂ ਉਹਨਾਂ ਗੁਰਮੁਖਾਂ ਦਾ ਸੰਗ ਕਰਾਂਗੇ, ਉਹ ਦੱਸਣਗੇ ਵੀ ਆਪਾਂ ਵੀ ਕਿਵੇਂ ਨਾਮ ਦੀ ਪ੍ਰਾਪਤੀ ਕਰ ਸਕਦੇ। ਅਤੇ ਜਦੋਂ ਸਾਨੂੰ ਪ੍ਰਾਪਤੀ ਹੋ ਗਈ, ਆਪਣਾ ਵੀ ਜ਼ਹਿਰ ਲੱਥ ਜੇਗਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਸੱਚੇ ਪਾਤਸ਼ਾਹ ਵੀ ਇਹ ਜਦੋਂ ਮਨ ਨੂੰ ਜ਼ਹਿਰ ਚੜ੍ਹਿਆ ਹੁੰਦਾ ਬਿਖ, ਅਤੇ ਉਹਦੇ ਵਾਸਤੇ ਫਿਰ ਹਰੀ ਦਾ ਜਿਹੜਾ ਨਾਮ ਹੈ ਉਹ ਗਰੜ ਸ਼ਬਦ ਹੈ। ਜਿਉਂ ਅਸੀਂ ਮੁੱਖ ਦੁਆਰਾ ਜਾਪ ਕਰਾਂਗੇ ਅਤੇ ਉਹਦੇ ਸਾਡਾ ਜ਼ਹਿਰ ਵੀ ਲੱਥਦਾ ਜਾਏਗਾ। ਬਿਖ ਕਾ ਮਾਰਨ ਹਰ ਨਾਮ ਹੈ, ਗੁਰ ਗਰੜ ਸ਼ਬਦ ਮੁੱਖ ਪਾਈ। ਹੁਣ ਇਹ ਅਸੀਂ ਮੁੱਖ ਦੁਆਰਾ ਸਿਮਰਨ ਕਰਨਾ, ਵੱਧ ਤੋਂ ਵੱਧ ਬਹਿੰਦੇ ਉੱਠਦੇ ਕੰਮ ਕਾਰ ਕਰਦੇ, ਵੀ ਤਾਂ ਕਿ ਸਾਡਾ ਜ਼ਹਿਰ ਲੱਥੇ। ਅਤੇ ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਪੜ੍ਹਨਾ, ਸਹਿਜ ਦੇ ਨਾਲ ਵਿਚਾਰਨਾ, ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ। ਜਦੋਂ ਸਾਡਾ ਮਨ ਪਾਸੇ ਨਹੀਂ ਜਾਊ, ਸਾਰੀ ਗੁਰਬਾਣੀ 'ਚ ਅੰਮ੍ਰਿਤ ਹੈ, ਅਤੇ ਫਿਰ ਵੀ ਸਾਡੇ ਮਨ ਦਾ ਜ਼ਹਿਰ ਲੈ ਜਾਏਗਾ, ਸਾਡਾ ਮਨ ਧੋਤਾ ਜਾਏਗਾ। ਅਤੇ ਵੱਧ ਤੋਂ ਵੱਧ ਆਪਾਂ ਸੰਗਤ ਕਰਨੀ, ਜਿੰਨੀ ਆਪਾਂ ਸੰਗਤ ਕਰਾਂਗੇ ਸਾਡੇ ਮਨ ਨੂੰ ਹੋਸ਼ ਆਏਗੀ, ਸੋਝੀ ਆਏਗੀ, ਇਹਨੂੰ ਗਿਆਨ ਹੋਏਗਾ, ਅਤੇ ਫਿਰ ਇਹਨੂੰ ਅੱਗੇ ਸੌਖਾ ਹੋ ਜਾਏਗਾ ਜੇ ਇਹਨੂੰ ਗਿਆਨ ਹੋਏਗਾ। ਸੋ ਇਸ ਵਾਸਤੇ ਫਿਰ ਇਹ ਆਪਾਂ ਵੱਧ ਤੋਂ ਵੱਧ ਸਤ ਸੰਗਤ ਕਰਨੀ ਹੁੰਦੀ, ਵੀ ਤਾਂ ਕਿ ਜੋ ਸਤਿਗੁਰੂ ਸਾਨੂੰ ਉਪਦੇਸ਼ ਦੇ ਰਹੇ, ਸਾਨੂੰ ਉਹ ਉਪਦੇਸ਼ ਦੀ ਸਮਝ ਲੱਗ ਜਾਏ। ਇਹ ਸਾਰਾ ਆਪਾਂ ਨੂੰ ਬੜਾ ਸੌਖਾ ਕਰਕੇ ਸਮਝਣ ਗੋਚਰਾ ਕੀਤਾ ਗੁਰਮੁਖ ਜਨਾਂ ਨੇ। ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ, ਉਸੇ ਗਿਆਨ ਨੂੰ ਹੀ ਆਪਾਂ ਦ੍ਰਿੜ ਕਰਦੇ ਹਾਂ, ਵੀ ਤਾਂ ਕਿ ਆਪਣੇ ਹਿਰਦੇ 'ਚ ਵਸ ਜੇ, ਅਤੇ ਇਹ ਗਿਆਨ ਦੀ ਮੱਤ ਲੈ ਕੇ ਆਪਾਂ ਮਨ ਨੂੰ ਘਰ ਲੈ ਚੱਲੀਏ। ਜੋ ਮਾਰੇ ਫਰਮਾਉਂਦੇ, ਮਨੁਆ ਕਿਉਂ ਘਰ ਵਸ ਆਵੇ, ਗੁਰ ਪ੍ਰਸਾਦੀ ਠਾਕੀਏ, ਗਿਆਨ ਮਤੀ ਘਰ ਆਵੇ। ਵੀ ਗਿਆਨ ਦੀ ਮੱਤ ਦੇ ਕੇ ਇਹਨੂੰ ਅਸੀਂ ਘਰ ਲੈ ਕੇ ਜਾਣਾ। ਇੱਕ ਵਾਰ ਅਸੀਂ ਆਪਦੇ ਘਰ ਚਲੇ ਗਏ, ਘਰ ਦਾ ਸੁੱਖ ਲੈ ਲਿਆ, ਆਨੰਦ ਲੈ ਲਿਆ, ਫਿਰ ਇਹਦਾ ਚੇਤ ਹੀ ਨਹੀਂ ਕਰਦਾ ਵੀ ਮੈਂ ਘਰ ਤੋਂ ਬਾਹਰ ਹਾਂ।
ਜੇ ਬਾਹਰ ਆਉਂਦਾ ਵੀ ਹੈ ਫਿਰ ਇਹ ਚਾਹੁੰਦਾ ਵੀ ਉਹੀਓ ਸੁੱਖ ਉਹੀਓ ਆਨੰਦ ਜਿਹੜਾ ਸਹਿਜ ਅਵਸਥਾ ਮੇਰੀ ਬਣੀ ਰਵੇ। ਫਿਰ ਇਹਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਵੀ ਸਿਮਰਨ ਕਰ, ਫਿਰ ਇਹ ਆਪਦੇ ਆਪ ਹੀ ਗੁਰਮੰਤਰ ਨੂੰ ਦ੍ਰਿੜ ਕਰਦਾ ਹੀ ਰਹਿੰਦਾ। ਮਹਾਰਾਜ ਇਸੇ ਵਰਤਾਏ ਫਰਮਾਉਂਦੇ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਇਹਦੇ ਆਪਦੇ ਆਪ ਹੀ ਅਭਿਆਸ ਕਰਦਾ ਹੀ ਰਹਿੰਦਾ। ਜਦੋਂ ਇੱਕ ਵਾਰੀ ਆਪਦੇ ਘਰ ਦਾ ਸੁੱਖ, ਘਰ ਦਾ ਆਨੰਦ ਲੈ ਲੈਂਦਾ। ਸੋ ਇਸ ਲਈ ਆਪਾਂ ਨੂੰ ਕੋਸ਼ਿਸ਼ ਕਰਨੀ ਵੀ ਇੱਕ ਵਾਰ ਅਸੀਂ ਘਰ ਜਾਈਏ ਅਤੇ ਆਪਦੇ ਘਰ ਦਾ ਸੁੱਖ ਅਤੇ ਆਨੰਦ ਲਈਏ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।